ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਅੱਜ ਇੱਕ ਵਾਰ ਫੇਰ ਇੱਕ ਅਜਿਹੀ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਇਆ ਜਿਸ ਚਰਚਾ ਨੂੰ ਸੁਣਨ ਤੋਂ ਬਾਅਦ ਤੁਸੀਂ ਖਿੜ ਜਾਓਗੇ, ਕਿਉਂਕਿ ਹੁਣ ਤੱਕ ਇਹ ਡਾਕਟਰ ਅਮਰ ਸਿੰਘ ਆਜ਼ਾਦ ਹਮੇਸ਼ਾ ਜਦੋਂ ਵੀ ਕੋਈ ਇਹਨਾਂ ਕੋਲੇ ਆ ਕੇ ਆਪਣੀ ਸਿਹਤ ਸੰਬੰਧੀ ਜਾਣਕਾਰੀ ਲੈਂਦਾ, ਸਿਹਤ ਸੰਬੰਧੀ ਕੋਈ ਸਲਾਹ ਲੈਂਦਾ, ਤਾਂ ਉਹਦੇ ਵਿੱਚ ਇਹ ਇੱਕ ਗੱਲ ਕਹਿੰਦੇ ਨੇ ਕਿ ਤੁਸੀਂ ਆਪਣਾ ਖਾਣ ਪੀਣ ਬਦਲੋ। ਬੰਦਾ ਨਹੀਂ ਬਿਮਾਰ, ਬੰਦੇ ਦਾ ਖਾਣ ਪੀਣ ਬਿਮਾਰ ਆ। ਅਤੇ ਉਹਦੇ ਵਿੱਚ ਜਿਹੜੀ ਚੀਜ਼ ਅੱਗੇ ਸਿਫਾਰਿਸ਼ ਕੀਤੀ ਜਾਂਦੀ ਹੈ ਉਹ ਕੀਤੀ ਜਾਂਦੀ ਹੈ ਵੀ ਕਣਕ ਚੌਲ ਛੱਡੋ ਅਤੇ ਮਿਲਟਸ ਖਾਣੇ ਸ਼ੁਰੂ ਕਰੋ। ਪਰ ਜਦੋਂ ਬੰਦਾ ਮਿਲਟਸ ਲੈ ਜਾਂਦਾ ਹੈ, ਅੱਗੇ ਪਕਾਉਣ ਦਾ ਸਹੀ ਢੰਗ ਨਹੀਂ ਪਤਾ ਹੁੰਦਾ, ਅਤੇ ਸਹੀ ਢੰਗ ਨਾ ਪਤਾ ਹੋਣ ਕਾਰਨ ਜੇ ਪਤਾ ਵੀ ਲੱਗ ਜਾਂਦਾ ਇੱਕ ਦੋ ਚੀਜ਼ਾਂ ਬਣਾਉਣੀਆਂ ਵੀ ਆ ਜਾਂਦੀਆਂ ਤਾਂ ਉਹ ਖਾ ਕੇ ਬੋਰ ਹੋ ਕੇ ਜਿਹੜਾ ਉਹ ਫਿਰ ਉਹ ਕਣਕ ਚੌਲ ਵਾਲੇ ਪਾਸੇ ਮੁੜ ਜਾਂਦਾ। ਅੱਜ ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਾਂਗੇ, ਇੱਕ ਅਜਿਹੀ ਜਾਣਕਾਰੀ ਦੇਣ ਜਾ ਰਹੇ ਨੇ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਮਿਲਟਸ ਜਿਹੜੇ ਨੇ ਉਹ ਬੇਸਵਾਦੇ ਨਹੀਂ ਲੱਗਣਗੇ। ਮਿਲਟਸ ਤੋਂ ਤੁਸੀਂ ਕਦੇ ਬੋਰ ਨਹੀਂ ਹੋਵੋਗੇ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਮਿਲਟਸ ਜਿਹੜੇ ਨੇ ਉਹ ਅਜਿਹੀ ਚੀਜ਼ ਹੈ ਜਿਹੜੀ ਕਿ ਪਬਲਿਕ ਚਾਹੁੰਦੀ ਹੈ, ਕਿਸਾਨ ਵੀ ਚਾਹੁੰਦੇ ਨੇ ਵੀ ਉਗਾਈਏ, ਪਰ ਉਹਨਾਂ ਦੀ ਮਜਬੂਰੀ ਹੈ ਕਿ ਉਹਨਾਂ ਦਾ ਮੰਡੀਕਰਨ ਨਹੀਂ ਸਹੀ ਤਰੀਕੇ ਨਾਲ ਹੋ ਰਿਹਾ, ਸ਼ੈਲਿੰਗ ਦਾ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ, ਅਤੇ ਪਬਲਿਕ ਚਾਹੁੰਦੀ ਹੈ ਕਿ ਅਸੀਂ ਖਾਈਏ ਪਰ ਉਹਨਾਂ ਨੂੰ ਪਕਾਉਣੇ ਹੀ ਨਹੀਂ ਆਉਂਦੇ। ਸਵਾਦਿਸ਼ਟ ਜਿਹੜੇ ਉਹਨਾਂ ਦੇ ਵਿਅੰਜਨ, ਜਿਹਨੂੰ ਆਪਾਂ ਕਹਿ ਸਕਦੇ ਹਾਂ ਸਵਾਦਿਸ਼ਟ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਪਕਾਉਣੀਆਂ ਨਹੀਂ ਆਉਂਦੀਆਂ। ਇਸ ਕਰਕੇ ਦੋਨੇ ਹੀ ਕਿਤੇ ਨਾ ਕਿਤੇ ਜਿਹੜੇ ਆ ਉਹ ਆਪਸ ਦੇ ਵਿੱਚ ਉਹਦਾ ਨਾਲ ਤਾਲਮੇਲ ਨਹੀਂ ਬਣ ਰਿਹਾ, ਕਿਉਂਕਿ ਬਹੁਤ ਸਮੇਂ ਤੋਂ ਕਣਕ ਚੌਲ ਚੱਲਦਾ ਆ ਰਿਹਾ, ਇੱਕ ਜਵਾਨ ਦਾ ਸਵਾਦ ਵੀ ਬਣਿਆ ਹੋਇਆ, ਅਤੇ ਉਹ ਚੱਕਰ ਦੇ ਵਿੱਚ ਜਿਹੜਾ ਉਹ ਜਲਦੀ ਪਲਟੀ ਨਹੀਂ ਵੱਜ ਰਹੀ। ਅਤੇ ਅੱਜ ਤੁਸੀਂ ਸਾਨੂੰ ਆਫ ਦਾ ਕੈਮਰਾ ਜਦੋਂ ਤੁਸੀਂ ਮੈਨੂੰ ਇਹ ਗੱਲ ਦੱਸੀ ਵੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਜਿਹੜੀ ਮਿਲਟਸ ਪਕਾਉਣ ਦੀ ਐਕਸਪਰਟ ਜਿਹੜੀ ਆ, ਮਾਹਰ ਜਿਹੜੀ ਆ, ਉਹ ਪਟਿਆਲੇ ਆ ਰਹੀ ਹੈ, ਅਤੇ ਮੈਨੂੰ ਲੱਗਾ ਵੀ ਇਹ ਵੀਡੀਓ ਦੀ ਜਾਣਕਾਰੀ ਜਿਹੜੀ ਪਬਲਿਕ ਤੱਕ ਪਹੁੰਚਾਈ ਜਾਵੇ ਤਾਂ ਕਿ ਉਹ ਵੀ ਸਿੱਖ ਸਕਣ। ਓਪਨਲੀ ਪੰਡਾਲ 'ਚ ਹੀ ਦੱਸਿਆ ਜਾਊਗਾ ਸਾਰਾ ਕੁਛ। ਜੀ ਤਾਂ ਇਹ ਜਿਹੜੀ ਕੁਲਵੰਤ ਜੀ ਜਿਹੜੀ ਸਾਡੇ ਨਾਲ ਬਹੁਤ ਵੱਡੀ ਇਸ ਖਿੱਤੇ ਨਾਲ ਪੰਜਾਬ ਨਾਲ ਜਿਹੜਾ ਇੱਕ ਕਿਸਮ ਦਾ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਇੱਕ ਧੋਖਾ ਹੋ ਗਿਆ ਕਿ ਸਾਡੀ ਖੇਤੀ ਦੇ ਅੰਦਰ ਉਹ ਬਦਲਾਅ ਕੀਤੇ ਗਏ। ਉਹ ਮੁੱਖ ਫਸਲਾਂ ਅਨਾਜ, ਕਿਉਂਕਿ ਇੱਕ ਮੁੱਖ ਸਾਡਾ ਜਿਹਨੂੰ ਕਿ ਸਟੈਪਲ ਫੂਡ ਕਹਿੰਦੇ ਅੰਗਰੇਜ਼ੀ 'ਚ ਆਪਾਂ, ਸਟੈਪਲ ਫੂਡ ਯਾਨੀ ਕਿ ਸਾਡੇ ਖਾਣੇ ਦਾ ਜਿਹੜਾ ਸਭ ਤੋਂ ਵੱਡਾ ਹਿੱਸਾ ਜਿਹੜਾ ਸਾਨੂੰ ਊਰਜਾ ਦਿੰਦਾ ਅਤੇ ਕੰਮ ਕਰਾਉਂਦਾ ਸਾਡੇ ਸਰੀਰ ਤੋਂ, ਸਾਡੇ ਸਰੀਰ ਦਾ ਫਿਊਲ ਹੈ, ਸਾਡੇ ਸਰੀਰ ਦਾ ਇੰਧਨ ਹੈ, ਤਾਂ ਉਹ ਜਿਹੜਾ ਉਹ ਬਿਲਕੁਲ ਹੀ ਬਦਲ ਗਿਆ। ਅਸੀਂ ਖਾਂਦੇ ਸੀ ਬਹੁਤ ਭਾਂਤ ਦੇ ਅਨਾਜ, ਭਾਂਤ ਦੀਆਂ ਚੀਜ਼ਾਂ ਖਾਂਦੇ ਸੀ, ਅਤੇ ਇੱਕ ਸਾਨੂੰ ਲਾਤਾ ਉਹਨਾਂ ਨੇ ਖਾਣ ਚਿੱਟੇ ਚੌਲ, ਅਤੇ ਇੱਕ ਕਣਕ ਜਿਹੜੀ ਕਿ ਹਾਈਬ੍ਰਿਡ ਹੈ, ਠਿਗਣੀ ਕਣਕ ਹੈ। ਉਹ ਜਿਹੜੀ ਸਾਡੀ ਕਣਕ ਓਰੀਜਨਲ ਸੀਗੀ, ਅਸਲ ਕਣਕ ਸੀਗੀ, ਉਹ ਗਾਇਬ ਹੋ ਗਈ, ਬੀਜ ਵੀ ਗਾਇਬ ਹੋ ਗਏ ਉਹਦੇ, ਅਤੇ ਇੱਕ ਐਸੀ ਹਾਈਬ੍ਰਿਡ ਵੈਰਾਈਟੀ ਆਈ ਪਤਾ ਨਹੀਂ ਕਿੱਥੋਂ, ਮੈਕਸੀਕੋ ਤੋਂ ਕੋਈ ਕਿੱਥੋਂ, ਤਾਂ ਉਹ ਇੱਕ ਉਹਨਾਂ ਨੇ ਲਿਆਂਦੀ ਜਿਹਦੀ ਇੱਕ ਪੈਦਾਵਾਰ ਕੁਛ ਜ਼ਿਆਦਾ ਸੀ ਉਹ ਪਹਿਲੇ ਨਾਲੋਂ, ਅਤੇ ਉਹਦੇ ਨਾਂ 'ਤੇ ਕੁਛ ਐਸਾ ਵਾਪਰਿਆ ਕਿ ਬਿਮਾਰੀਆਂ ਦਾ ਹੜ੍ਹ ਆ ਗਿਆ। ਤਾਂ ਉਹ ਸਾਰਾ ਵਰਤਾਰਾ ਵੈਸੇ ਤਾਂ ਪੂਰੀ ਦੁਨੀਆ 'ਚ ਹੀ ਵਰਤਾਰਾ ਹੋ ਰਿਹਾ ਹੈ, ਹਿੰਦੁਸਤਾਨ 'ਚ ਵੀ ਹੋ ਰਿਹਾ, ਲੇਕਿਨ ਪੰਜਾਬ 'ਚ ਉਹ ਵਰਤਾਰਾ ਬਹੁਤ ਤੀਬਰ ਹੈ, ਬਹੁਤ ਤਿੱਖਾ ਹੈ, ਕਿਉਂਕਿ ਅਸੀਂ ਹਿੰਦੁਸਤਾਨ ਨੂੰ, ਪੰਜਾਬ ਨੂੰ ਤਾਂ ਕੀ ਸਾਰੇ ਹਿੰਦੁਸਤਾਨ ਨੂੰ ਅਸੀਂ ਚੌਲ ਅਤੇ ਕਣਕ ਖਵਾ ਰਹੇ ਹਾਂ। ਹੁਣ ਜਦੋਂ ਇਹ ਸਾਰੇ ਦਾ ਸਾਰਾ ਹੌਲੀ ਪਹਿਲਾਂ ਤਾਂ ਸਮਝ ਨਹੀਂ ਆਈ ਕਿ ਬਿਮਾਰੀਆਂ ਕਿਉਂ ਹੋ ਰਹੀਆਂ ਨੇ, ਫਿਰ ਹੌਲੀ ਕਿਉਂਕਿ ਮੁੱਖ ਧਾਰਾ ਨੇ ਤਾਂ ਦਵਾਈਆਂ ਦੇਣ 'ਤੇ ਅਤੇ ਆਪਰੇਸ਼ਨ ਕਰਨ 'ਤੇ ਜ਼ੋਰ ਰੱਖਿਆ, ਜਾਂ ਜਿਹੜਾ ਪ੍ਰੋਫਿਟ ਓਰੀਐਂਟਡ ਕਾਰਪੋਰੇਟ ਮਾਡਲ ਜਿਹੜਾ ਸਿਹਤ ਹੈਲਥ ਦਾ ਹੈਗਾ ਪੂਰੀ ਦੁਨੀਆ ਚੱਲ ਰਿਹਾ, ਉਹੀ ਭਾਰੂ ਰਿਹਾ। ਲੇਕਿਨ ਜਦੋਂ ਉਹਨਾਂ ਤੋਂ ਕੁਛ ਨਾ ਬਣਿਆ, ਉਹਨਾਂ ਉਹ ਦਵਾਈਆਂ ਦਾ, ਇਹਨਾਂ ਬਿਮਾਰੀਆਂ ਦਾ ਹੱਲ ਨਾ ਕਰ ਸਕੇ, ਤਾਂ ਫਿਰ ਹੌਲੀ ਜਿਹੜੇ ਕੁਛ ਇੰਡੀਪੈਂਡੈਂਟ ਮਾਈਂਡਡ ਆਜ਼ਾਦ ਸੋਚ ਦੇ ਵਿਗਿਆਨੀ ਸੀਗੇ ਜਾਂ ਡਾਕਟਰ ਸੀਗੇ, ਉਹਨੇ ਹੌਲੀ ਫਿਰ ਖੋਜਾਂ ਕਰਕੇ ਕੁਛ ਗੱਲਾਂ ਕੱਢੀਆਂ। ਇੱਥੇ ਜਿਹੜਾ ਵਰਤਾਰਾ ਪੂਰੀ ਦੁਨੀਆ 'ਚ ਵਾਪਰ ਰਿਹਾ, ਇਹ ਕੋਈ ਇਕੱਲੇ ਸਾਡੇ ਨਹੀਂ ਵਾਪਰ ਰਿਹਾ, ਪੂਰੀ ਦੁਨੀਆ 'ਚ ਵਰਤਾਰਾ ਵਾਪਰ ਰਿਹਾ ਕਿ ਜਿਹੜੇ ਇੰਡੀਪੈਂਡੈਂਟ ਸਾਇੰਟਿਸਟ ਨੇ ਅਤੇ ਡਾਕਟਰ ਨੇ ਜਾਂ ਮੈਡੀਕਲ ਪ੍ਰੋਫੈਸ਼ਨਲਜ਼ ਨੇ ਜਾਂ ਸਿਹਤ ਨਾਲ ਸੰਬੰਧਿਤ ਹੋਰ ਵੀ ਨੇ ਜਿਹੜੇ ਨਹੀਂ ਵੀ ਮੈਡੀਕਲ ਪ੍ਰੋਫੈਸ਼ਨ, ਲੇਕਿਨ ਉਹ ਸਿਹਤ ਨਾਲ ਬਹੁਤ ਗਹਿਰੀ ਦਿਲਚਸਪੀ ਰੱਖਦੇ ਆ, ਉਹਨਾਂ ਸਾਰਿਆਂ ਦੀ ਸਾਂਝੀ ਕੋਸ਼ਿਸ਼ ਸਦਕਾ ਕੁਛ ਇਹੋ ਜਿਹਾ ਪੈਟਰਨ ਉੱਭਰ ਕੇ ਸਾਹਮਣੇ ਆਇਆ ਜਿਹਦੇ 'ਚ ਕਿ ਸਾਂਝ ਬਣ ਗਈ, ਜਿਹਦੇ 'ਚ ਕਿ ਕਾਫੀ ਗੱਲਾਂ ਜਿਹੜੀਆਂ ਨੇ ਉਹ ਇੱਕ ਦੂਜੇ ਦੀ ਸਾਂਝ, ਕਿਉਂਕਿ ਕਮਿਊਨੀਕੇਸ਼ਨ ਦਾ ਯੁੱਗ ਆ ਗਿਆ, ਸੋ ਬਹੁਤ ਤੇਜ਼ੀ ਨਾਲ ਹੁਣ ਜਿਹੜਾ ਨੌਲੇਜ ਆ ਉਹ ਸ਼ੇਅਰ ਹੋ ਜਾਂਦਾ।
ਤੋ ਸ਼ੇਅਰ ਹੁੰਦਾ ਹੁੰਦਾ ਅਲਟੀਮੇਟਲੀ ਕਰਕੇ ਇਹ ਗੱਲ ਆ ਕੇ ਇੱਥੇ ਬੋਇਲ ਡਾਊਨ ਕੀਤੀ ਕਿ ਖਾਣ ਪੀਣ ਕਰਕੇ ਹੀ ਸਾਰਾ ਕੁਝ ਜਿਹੜਾ ਖਾਣਾ ਪੀਣਾ ਖਰਾਬ ਹੋਇਆ, ਜਿਹੜਾ ਖੇਤੀ ਮਾਡਲ 'ਚੋਂ ਫੂਡ ਪ੍ਰੋਡਕਸ਼ਨ ਖਰਾਬ ਹੋਈ, ਜਿਹੜਾ ਸਾਡਾ ਇੰਡਸਟਰੀਅਲ ਫੂਡ ਬਣਿਆ, ਜੋ ਸਾਡਾ ਈਵਨ ਦੁੱਧ ਇੰਡਸਟਰੀਅਲ ਹੋ ਗਿਆ, ਪਨੀਰ ਇੰਡਸਟਰੀਅਲ ਹੋ ਗਿਆ, ਤੁਹਾਡਾ ਅੰਡੇ ਇੰਡਸਟਰੀਅਲ ਹੋ ਗਏ, ਮੀਟ ਇੰਡਸਟਰੀਅਲ ਹੋ ਗਿਆ, ਗ੍ਰੇਨਸ ਇੰਡਸਟਰੀਅਲ ਹੋ ਗਿਆ, ਹਰ ਚੀਜ਼ ਇੰਡਸਟਰੀਅਲ ਹੋ ਚੁੱਕੀ ਹੈ। ਕਿਉਂਕਿ ਕੋਈ ਵੀ ਓਰੀਜਨਲ ਆਪਾਂ ਕਹੀਏ ਜਿਹਨੂੰ ਕਹਿੰਦੇ ਕੁਦਰਤ ਦੀ ਜਿਹੜੀ ਗਿਫਟ ਸੀਗੀ, ਜਿੱਦਾਂ ਦੀ ਜੋ ਕੁਦਰਤ ਸਾਨੂੰ ਜਿੱਦਾਂ ਦਿੰਦੀ ਹੈ, ਉਹਨੂੰ ਬਦਲ ਕੇ ਕੁਝ ਹੋਰ ਹੀ ਬਣ ਗਿਆ। ਪਹਿਲਾਂ ਖੇਤਾਂ 'ਚ ਬਣਿਆ, ਫਿਰ ਉਹ ਸਟੋਰਾਂ 'ਚ ਜਾ ਕੇ ਬਣ ਗਿਆ, ਫਿਰ ਕੁਛ ਰਹਿੰਦਾ ਖਾਂਦਾ ਸਾਡੀ ਰਸੋਈ 'ਚ ਬਦਲ ਗਿਆ, ਕੁਛ ਸਾਡੇ ਫਿਰ ਦਿਮਾਗਾਂ 'ਚ ਵੜ ਗਿਆ ਕਿ ਅਸੀਂ ਉਹੀ ਖਾਣੇ ਆ ਜਿਹੜੇ ਸਾਨੂੰ ਉਹ ਕਾਰਪੋਰੇਟ ਮਾਡਲ ਖਵਾਉਣਾ ਚਾਹੁੰਦਾ। ਤਾਂ ਉਹਦੇ 'ਚ ਹੁਣ ਹੌਲੀ ਨਿਕਲਦਾ ਜਿਹੜੇ ਅਨਾਜਾਂ ਦਾ ਬਦਲਾ ਹੈ, ਜਿਹਦੀ ਆਪਾਂ ਅੱਜ ਗੱਲ ਕਰਨੀ ਹੈ, ਉਹਦੇ ਉੱਪਰ ਆਈਏ ਵਾਪਸ। ਤਾਂ ਜਿਹੜੇ ਅਨਾਜ ਨੇ ਇਹ ਕਿਉਂਕਿ ਸਟੈਪਲ ਫੂਡ ਹੈ, ਸਾਡੇ ਖਾਣੇ ਦਾ ਵੱਡਾ ਹਿੱਸਾ ਹੈ। ਤਾਂ ਜੇ ਅਨਾਜ ਹੀ ਗਲਤ ਹੋਣਗੇ ਤਾਂ ਅਨਾਜਾਂ ਬਾਰੇ ਅਲਟੀਮੇਟਲੀ ਖੋਜਾਂ ਆ ਗਈਆਂ ਕਿ ਚੌਲ ਅਤੇ ਕਣਕ ਜਿਹੜੇ ਨੇ ਦੋਨੋਂ ਬਿਮਾਰ ਕਰਨ ਵਾਲੇ ਅਨਾਜ ਨੇ। ਇਹ ਰਾਜੀ ਨਹੀਂ ਕਰਦੇ, ਸਿਹਤ ਨਹੀਂ ਬਣਾਉਂਦੇ, ਨਾ ਸਿਹਤ ਨੂੰ ਬਣਾ ਕੇ ਰੱਖਦੇ ਆ, ਸਗੋਂ ਉਲਟਾ ਬਿਮਾਰ ਕਰਦੇ ਆ। ਤਾਂ ਸਾਨੂੰ ਹੁਣ ਅਲਟੀਮੇਟਲੀ ਪੂਰੀ ਦੁਨੀਆ ਦੇ ਅੰਦਰ ਇਸ ਗੱਲ ਇਹ ਮੂਵਮੈਂਟ ਚਲਾਉਣੀ ਪੈ ਰਹੀ ਆ। ਪਰ ਪੰਜਾਬ 'ਚ ਜਿਹੜੀ ਮੂਵਮੈਂਟ ਹੈ, ਤੁਸੀਂ ਦੇਖਦੇ ਦੇਖੋ ਕਿੰਨੀ ਪਿਛਲੇ 2-2.5 ਸਾਲਾਂ 'ਚ ਬਹੁਤ ਇੱਕ ਸਟਰੋਂਗ ਮੂਵਮੈਂਟ ਬਣ ਰਹੀ ਹੈ। ਔਰ ਇਹ ਸਟਰੋਂਗ ਮੂਵਮੈਂਟ ਜਿਹੜੀ ਹੈ ਉਹਦਾ ਜਿਹਨੂੰ ਕਹਿੰਦੇ ਆ ਸਪਿਲ ਓਵਰ, ਉਹਦਾ ਜਿਹੜਾ ਇਫੈਕਟ ਹੈ ਉਹ ਬਾਕੀ ਸਾਰੇ ਹਿੰਦੁਸਤਾਨ 'ਚ ਵੀ ਜਾ ਰਿਹਾ ਔਰ ਪੂਰੀ ਦੁਨੀਆ 'ਚ ਵੀ ਜਾ ਰਿਹਾ। ਕਿਉਂਕਿ ਅੱਜ ਕੱਲ੍ਹ ਜੋ ਕੁਛ ਕਿਤੇ ਵੀ ਵਾਪਰਦਾ ਦੁਨੀਆ ਦੇ ਖਿੱਤੇ 'ਚ ਫਿਰ ਪੂਰੀ ਦੁਨੀਆ 'ਚ ਵਾਪਰਨ ਲੱਗ ਪੈਂਦਾ ਜੇ ਅਗਰ ਚੰਗਾ ਹੈ ਤਾਂ ਉਹਦੇ 'ਚ ਜਦੋਂ ਮਿਲਟ ਦਾ ਵਰਤਾਰਾ ਸ਼ੁਰੂ ਹੋਇਆ, ਜਿਹੜਾ ਡਾਕਟਰ ਖਾਦਰਵਲੀ ਜਿਹੜੇ ਇਹਦੇ ਜਨਮਦਾਤਾ ਨੇ, ਜਿਨ੍ਹਾਂ ਨੇ 25 ਸਾਲ ਤੋਂ ਇਹ ਰਿਸਰਚ ਕੀਤੀ, ਅਸੀਂ ਤਾਂ ਹੁਣ ਸ਼ੁਰੂ ਕੀਤੀ ਹੈ, ਉਹਨਾਂ ਨੇ ਪਿਛਲੇ 25 ਸਾਲ ਤੋਂ ਇਹ ਰਿਸਰਚ ਕਰ ਰਹੇ ਹਾਂ। ਔਰ ਸਰਚ ਕਰਕੇ ਉਹਨਾਂ ਨੇ ਬੈਸਟ ਗ੍ਰੇਨਸ ਕੱਢ ਕੇ ਦਿੱਤੇ ਸਾਨੂੰ, ਜਿਹਨੂੰ ਅਸੀਂ 5 ਮਿਲਟਸ ਕਹਿੰਦੇ ਹਾਂ, ਸ਼੍ਰੀ ਧਾਨੀਆਂ ਕਹਿੰਦੇ ਆ। ਜਿਹੜੇ ਖਾਦਰਵਲੀ ਜੀ ਉਹਨੂੰ ਸ਼੍ਰੀ ਧਾਨੀਆਂ ਇੱਜ਼ਤ ਨਾਲ ਕਹਿੰਦੇ, ਜਿਵੇਂ ਆਪਾਂ ਕਹਿੰਦੇ ਸ਼੍ਰੀਮਾਨ ਜੀ ਜਾਂ ਸਰਦਾਰ ਸਾਹਿਬ ਜਾਂ ਬਾਊ ਜੀ, ਤਾਂ ਉਹਨਾਂ ਨੇ ਇੱਜ਼ਤ ਨਾਲ ਉਹਨਾਂ ਨੂੰ ਨਾਮ ਦਿੱਤਾ ਸ਼੍ਰੀ ਧਾਨੀਆਂ। ਤਾਂ ਉਹ ਜਿਹੜੇ 5 ਮਿਲਟਸ ਨੇ ਸ਼੍ਰੀ ਧਾਨੀਆਂ, ਉਹ ਵੰਡਰਫੁਲ ਗ੍ਰੇਨਸ ਨੇ। ਜਦੋਂ ਅਸੀਂ ਇੱਥੇ ਵਰਤਣ ਲੱਗੇ ਤਾਂ ਸਾਡੀਆਂ ਤਾਂ ਮਤਲਬ ਅਸੀਂ ਅੱਖਾਂ 'ਚ ਆ ਗਈਆਂ ਵੀ ਇੰਨਾ ਜ਼ਿਆਦਾ ਤੇਜ਼ੀ ਨਾਲ ਲੋਕ ਠੀਕ ਹੋਣ ਲੱਗ ਪਏ ਵੀ ਜਿਹੜਾ ਵੀ ਖਾਂਦਾ ਤਾਂ ਉਹ ਆਸ਼ਾ ਸ਼ਿਕਾਰ ਉੱਠਦਾ। ਤਾਂ ਇਸ ਕਰਕੇ ਉਹ ਜਿਹੜਾ ਕਲਚਰ ਹੈ ਅਸੀਂ ਉਹਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਹੁਤ ਥੋੜ੍ਹਾ ਤਜਰਬਾ ਹੈ, ਉਸ ਕਰਕੇ ਫਿਰ ਅਜੇ ਕੁਝ ਦਿੱਕਤਾਂ ਆ ਰਹੀਆਂ ਨੇ ਕਿ ਸਵਾਦ ਨਹੀਂ ਬਣਦੇ ਜੀ, ਠੀਕ ਨਹੀਂ ਬਣਦੇ ਜੀ, ਖਾਏ ਨਹੀਂ ਜਾਂਦੇ ਜੀ, ਕਬਜੀ ਕਰਦੇ ਆ ਜੀ। ਤਾਂ ਉਹ ਕਿਤੇ ਨਾ ਕਿਤੇ ਇਹ ਸਾਰਾ ਕੁਛ ਨਾ ਕੁਛ ਇੱਦਾਂ ਹੀ ਪੈਦਾ ਕਰਨ 'ਚ ਨੇ। ਖੇਤੀ 'ਚ ਵੀ ਦਿੱਕਤਾਂ ਆ ਰਹੀਆਂ ਨੇ। ਤਾਂ ਉਹ ਸਾਰੀਆਂ ਦਿੱਕਤਾਂ ਨੂੰ ਦੂਰ ਕਰਨ ਵਾਸਤੇ ਜਿਹੜੀ ਖੇਤੀ ਵਿਰਾਸਤ ਮਿਸ਼ਨ ਦੇ ਪਲੇਟਫਾਰਮ 'ਤੇ ਅਸੀਂ ਬਹੁਤ ਐਕਟਿਵ ਹਾਂ। ਖੇਤੀ ਵਿਰਾਸਤ ਮਿਸ਼ਨ ਜਿਹੜੀ ਸਾਡੀ ਆਰਗੇਨਾਈਜੇਸ਼ਨ ਹੈ, ਆਰਗੈਨਿਕ ਫਾਰਮਿੰਗ 'ਚ, ਖੇਤੀ 'ਚ, ਸਿਹਤ 'ਚ, ਇਨਵਾਇਰਮੈਂਟ 'ਚ ਇੱਕ ਲੀਡਿੰਗ NGO ਹੈ, ਜਿਹਨੇ ਨਵੇਂ ਦੁਨੀਆ ਦੇ ਜਿਹੜੇ ਲੇਟੈਸਟ ਆਈਡੀਆਜ਼ ਨੇ ਸਿਹਤ ਬਚਾਉਣ ਦੇ, ਵਾਤਾਵਰਨ ਬਚਾਉਣ ਦੇ, ਖੇਤੀ ਬਚਾਉਣ ਦੇ, ਆਲਟਰਨੇਟਿਵ ਮਾਡਲ ਦੇ, ਉਹ ਲੈ ਕੇ ਆਏ। ਅਸੀਂ ਪਿਛਲੇ 15-20 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ। ਤਾਂ ਉਹ ਖੇਤੀ ਵਿਰਾਸਤ ਮਿਸ਼ਨ 'ਚ ਆ ਕੇ ਫਿਰ ਅਮਰਿੰਦਰ ਜੀ ਜਿਹੜੇ ਉਹਨਾਂ ਦੀ ਐਫਰਟ ਸਦਕਾ ਅਸੀਂ ਕਰਦੇ ਰਹਿੰਦੇ ਹਾਂ। ਪਹਿਲਾਂ ਵੀ ਖਾਦਰਵਲੀ ਜੀ ਬਹੁਤ ਵਾਰੀ ਆ ਚੁੱਕੇ ਹਾਂ। ਉਸ ਤੋਂ ਬਾਅਦ ਰਾਮ ਬਾਬੂ ਆਏ। ਰਾਮ ਬਾਬੂ ਵੀ ਮਿਲਟਸ ਦੇ ਬਹੁਤ ਹੀ ਵਧੀਆ ਸ਼ੈਫ ਨੇ, ਜਿਨ੍ਹਾਂ ਦੀ ਬਣਾਈਆਂ ਪ੍ਰੈਪਰੇਸ਼ਨਾਂ ਦੁਨੀਆ ਭਰ 'ਚ ਮਸ਼ਹੂਰ ਨੇ, ਤਾਂ ਉਹ ਦੁਨੀਆ ਭਰ 'ਚ ਮੂਵ ਕਰਦੇ ਆ। ਅਤੇ ਇੱਕ ਮੇਘਨਾ ਸ਼ੁਕਲਾ ਨਾਂ ਦੇ ਸਾਡੇ ਭੈਣ ਜੀ ਨੇ, ਸਾਡੇ ਬਹੁਤ ਸਤਿਕਾਰਤ ਨੇ। ਉਹ ਵੀ ਇਸ ਕੰਮ ਦੇ ਇੰਨੇ ਜ਼ਿਆਦਾ ਐਕਸਪਰਟ ਨੇ ਕਿ ਉਹ ਇੰਦੌਰ ਤੋਂ ਆਉਣਾ। ਹੁਣ ਉਹਨਾਂ ਦਾ ਜਿਹੜਾ ਦੌਰਾ ਹੈ, ਪੰਜਾਬ ਦਾ ਦੌਰਾ ਜਿਹੜਾ ਉਹਨਾਂ ਦਾ 18 ਤਰੀਕ ਤੋਂ ਸ਼ੁਰੂ ਹੋ ਰਿਹਾ, 18 ਤੋਂ ਲੈ ਕੇ ਉਹ ਚੱਲਣਾ 26 ਤੱਕ। ਸੋ 8 ਦਿਨ ਦਾ ਉਹਨਾਂ ਦਾ ਦੌਰਾ ਪੰਜਾਬ ਦਾ, ਇਸੇ ਕੰਮ ਲਈ ਕਿ ਮਿਲਟਸ ਨੂੰ ਕਿਵੇਂ ਸਵਾਦ ਬਣਾਇਆ ਜਾਵੇ, ਕਿਵੇਂ ਖਾਇਆ ਜਾਵੇ, ਕਿਵੇਂ ਉਹ 'ਚ ਵੈਰਾਈਟੀ ਲਿਆਂਦੀ ਜਾਵੇ, ਕਿਵੇਂ ਜਿਹੜੇ ਬੱਚੇ ਫਾਸਟ ਫੂਡ ਦੇ ਸ਼ੌਕੀਨ ਨੇ ਉਹਨਾਂ ਦੀ ਵੀ ਖਾਹਿਸ਼ਾਂ ਪੂਰੀਆਂ ਹੋਣ, ਕਿਵੇਂ ਜਿਹੜੇ ਲੋਕ ਨੌਕਰੀ ਪੇਸ਼ਾ ਨੇ ਉਹਨਾਂ ਨੂੰ ਕੰਮ ਵੀ ਜ਼ਿਆਦਾ ਨਾ ਕਰਨਾ ਪਵੇ। ਸੋ ਜਿੰਨੀਆਂ ਵੀ ਦਿੱਕਤਾਂ ਨੇ ਉਹ ਸਾਰੀਆਂ ਉਹਦੇ 'ਚ ਸ਼ਾਮਲ ਹੋ ਜਾਂਦੀਆਂ ਨੇ ਕਿ ਜਦੋਂ ਅਸੀਂ ਬਹੁਤ ਵੈਰਾਈਟੀ ਦੇ ਦਿੰਦੇ ਹਾਂ, ਬਹੁਤ ਤਰੀਕੇ ਦੇ ਦਿੰਦੇ ਹਾਂ। ਜੇ ਆਪਾਂ ਇੱਕੋ ਤਰੀਕੇ 'ਚ ਫਿੱਟ ਕਰਾਂਗੇ ਹਰ ਇੱਕ ਬੰਦੇ ਨੂੰ ਤਾਂ ਫਿਰ ਬੰਦਾ ਬੋਰ ਹੋ ਜਾਂਦਾ। ਕਿਉਂਕਿ ਅੱਜ ਤੁਹਾਨੂੰ ਪਤਾ ਵੀ ਖਾਣਾ ਜਿਹੜਾ ਹੈ ਉਹ ਸਾਡਾ ਫੂਡ ਕਲਚਰ ਬਣ ਚੁੱਕਿਆ। ਹੁਣ ਬੰਦਾ ਪੇਟ ਭਰਨ ਲਈ ਨਹੀਂ ਖਾਂਦਾ, ਸਿਰਫ ਬੰਦਾ ਸ਼ੌਕ ਪੂਰਾ ਕਰਨ ਲਈ ਵੀ ਖਾਂਦਾ। ਤਾਂ ਉਹ ਜਿਹੜਾ ਸ਼ੌਕ ਪੂਰਾ ਕਰਨਾ, ਮਹਿਮਾਨ ਨਵਾਜ਼ੀ ਕਰਨਾ, ਜਦੋਂ ਮਹਿਮਾਨ ਆਵੇ ਫਿਰ ਉਹਨੂੰ ਵਧੀਆ ਬਣਾ ਕੇ ਦੇਣੇ, ਹਾਂ, ਤਾਂ ਕਿ ਉਹ ਅਸੀਂ ਉਹਨੂੰ ਮਤਲਬ ਤੁਸੀਂ ਜਿੰਨਾ ਤੁਹਾਡਾ ਬੰਦਾ ਕੋਈ ਨੇੜੇ ਹੁੰਦਾ ਦਿਲ ਦੇ, ਤੁਸੀਂ ਓਨਾ ਹੀ ਜ਼ਿਆਦਾ ਉਹਨੂੰ ਸੇਵਾ ਕਰਦੇ ਹੋ ਉਹਦੀ ਖਾਣ ਪੀਣ 'ਚ। ਇਹ ਤੁਹਾਡੇ ਕਲਚਰ ਦਾ ਹਿੱਸਾ ਸਾਡੇ ਦਾ ਕਿ ਜਿੰਨਾ ਤੁਹਾਨੂੰ ਬੰਦਾ ਪਿਆਰਾ ਹੋ, ਜਿੰਨਾ ਤੁਹਾਡੇ ਲਈ ਉਹ ਸਤਿਕਾਰਤ ਹੈ, ਜਿੰਨਾ ਤੁਹਾਡੇ ਤੋਂ ਉਹਦੀ ਤੁਸੀਂ ਓਨੀ ਜ਼ਿਆਦਾ
ਖਾਣ ਪੀਣ ਲਈ ਉਹਦੇ ਲਈ ਭਾਂਤ ਦੀਆਂ ਚੀਜ਼ਾਂ ਬਣਾਉਂਦੇ ਹੋ, ਕੋਈ ਮਿੱਠੀ ਬਣਾਉਂਦੇ ਹੋ, ਕੋਈ ਨਮਕੀਨ ਬਣਾਉਂਦੇ ਹੋ, ਕੋਈ ਕਿੱਦਾਂ ਦੀ, ਕੋਈ ਕਿੱਦਾਂ ਦੀ। ਜਿਹੜਾ ਬਹੁਤਾ ਜ਼ਿਆਦਾ ਕਿਸੇ ਨੂੰ ਖੁਸ਼ ਕਰਨਾ ਚਾਹੁੰਦਾ ਉਹ ਦਾਰੂ ਵੀ ਰੱਖ ਦਿੰਦੇ ਨੇ। ਆਹੋ, ਪੰਜਾਬ 'ਚ ਦਾਰੂ ਦਾ ਰਿਵਾਜ ਵੀ ਹੈ, ਦਾਰੂ ਦਾ ਵੀ ਰਿਵਾਜ ਹੈ। ਤਾਂ ਦਾਰੂ ਦਾ ਵੀ ਆਪਾਂ ਵੀਡੀਓ ਬਣਾਵਾਂਗੇ ਕਿਸੇ ਦਿਨ। ਉਹ ਵੀ ਹੈਲਦੀ ਦਾਰੂ ਕਿੱਦਾਂ, ਹੈਲਦੀ ਦਾਰੂ ਕਿੱਦਾਂ ਪੀਣੀ ਚਾਹੀਦੀ ਹੈ। ਤਾਂ ਇਹ ਜਿਹੜੀ ਮਿਲਟਸ ਦੀ ਗੱਲ ਹੈ ਉਹ ਜਿਹੜੀ ਹੈ ਬਹੁਤ ਹੀ ਪ੍ਰਚਲਿਤ ਹੋ ਰਹੀ ਹੈ ਪੰਜਾਬ ਦੇ ਅੰਦਰ। ਆਪਾਂ ਨੇ 2 ਸਾਲ ਪਹਿਲਾਂ ਸ਼ੁਰੂ ਕੀਤਾ ਕੰਮ, 2-2.5 ਸਾਲ। ਵੈਸੇ ਤਾਂ ਖੇਤੀ ਵਿਰਾਸਤ ਮਿਸ਼ਨ ਨੇ ਅੱਜ ਤੋਂ 9 ਸਾਲ ਪਹਿਲਾਂ ਚੰਡੀਗੜ੍ਹ ਦੇ ਵਿੱਚ ਮਿਲਟ ਫੂਡ ਮੇਲਾ ਲਾਇਆ ਸੀਗਾ, ਤਾਂ ਉਹ ਬਹੁਤ ਪੁਰਾਣੀ ਗੱਲ ਹੋ ਗਈ। ਲੇਕਿਨ ਉਸ ਤੋਂ ਬਾਅਦ ਅਸੀਂ ਆਪ ਵੀ ਉਹਨੂੰ ਬਹੁਤਾ ਪਿਕਅਪ ਨਹੀਂ ਕਰ ਸਕੇ, ਜਿਹਨੂੰ ਕਹਿੰਦੇ ਮੂਵਮੈਂਟ ਨਹੀਂ ਬਣਾ ਸਕੇ। ਲੇਕਿਨ ਉਹ ਅਲਟੀਮੇਟਲੀ ਜਿਹੜੀ ਚੀਜ਼ ਨੇ ਬਣਨਾ ਹੁੰਦਾ ਮੂਵਮੈਂਟ, ਫਿਰ ਉਹ ਬਣ ਜਾਂਦੀ ਹੈ। ਤਾਂ ਹੁਣ ਇੱਕ ਉਹ ਜਿਹੜੀ ਇਹ ਬੜੀ ਸਪਸ਼ਟ ਆ ਗਿਆ ਕਿ ਹੁਣ ਕਿਉਂਕਿ ਉਹਦੇ ਅਸਰ ਜਿਹੜੇ ਨੇ ਉਹ ਇੰਨੇ ਵਧੀਆ ਨੇ ਸਿਹਤ ਦੇ ਉੱਪਰ। ਔਰ ਦੂਜੀ ਗੱਲ ਇਕੱਲੀ ਸਿਹਤ ਦੇ ਉੱਪਰ ਨਹੀਂ, ਜਦੋਂ ਅਸੀਂ ਖੇਤਾਂ 'ਚ ਉਗਾਉਂਦੇ ਹਾਂ ਤਾਂ ਸਾਡੀ ਜ਼ਮੀਨ 'ਤੇ ਸਾਡੇ ਪਾਣੀ ਦੀ ਉਹ ਬਹੁਤ ਹੀ ਕਮਾਲ ਦੀਆਂ ਫਸਲਾਂ ਨੇ। ਉਹ ਬਹੁਤੀਆਂ ਸੋਹਣੀ ਦੀਆਂ ਫਸਲਾਂ ਨੇ, ਚੌਲਾਂ ਦੀ ਬਦਲ ਨੇ। ਤਾਂ ਉਹ ਖੇਤੀ ਲਈ ਵੀ ਬਹੁਤ ਵਧੀਆ ਨੇ, ਸਾਡੇ ਪਾਣੀ ਦੀ ਸਿਹਤ ਲਈ, ਮਿੱਟੀ ਦੀ ਸਿਹਤ ਲਈ, ਅਤੇ ਹੋਰ ਜਿਹੜੀ ਇਕੋਲੋਜੀ ਵਾਤਾਵਰਨ ਹੈ ਕੁਦਰਤ ਦੇ ਬਚਾਅ ਲਈ ਤਾਂ ਹੈ ਹੀ ਨੇ ਵਧੀਆ, ਸਿਹਤ ਲਈ ਵੀ ਬਹੁਤ ਵਧੀਆ ਨੇ। ਤਾਂ ਸਿਹਤ ਦੇ ਇਫੈਕਟ ਆਪਾਂ ਨੇ, ਤੁਸੀਂ ਆਪਾਂ ਕਿੰਨੀ ਵਾਰੀ ਮਰੀਜ਼ਾਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਵਧੀਆ ਨੇ। ਸੋ ਉਸ ਸੰਦਰਭ 'ਚ ਆਪਾਂ ਜਿਹੜੀ ਹੈ ਉਹ ਗੱਲ ਕਰ ਰਹੇ ਹਾਂ ਕਿ ਇਹ ਜਿਹੜੀ ਮਿਲਟਸ ਦੀ ਕੁਕਿੰਗ ਹੈ ਉਹ ਸਾਨੂੰ ਸਾਰਿਆਂ ਨੂੰ ਵਧੀਆ ਢੰਗ ਨਾਲ ਆਉਣੀ ਚਾਹੀਦੀ ਹੈ। ਮਿਲਟਸ ਦੀ ਕੁਕਿੰਗ ਅਗਰ ਸਾਨੂੰ ਠੀਕ ਢੰਗ ਨਾਲ ਆ ਗਈ ਅਤੇ ਉੱਧਰੋਂ ਖੇਤ ਕਿਸਾਨ ਉਗਾਉਣ ਲੱਗੇ ਤਾਂ ਸਮਝੋ ਅਸੀਂ ਸਿਹਤ ਦੇ ਰਾਹ ਪੈ ਗਏ। ਜਿਹੜੇ ਅਸੀਂ ਅੱਜ ਬਿਮਾਰੀਆਂ ਦੇ ਰਾਹ ਪਏ ਹੋਏ ਹਾਂ, ਵੀ ਆਰ ਨਾਓ ਔਨ ਦਾ ਰੋਡ ਟੂ ਡਿਜ਼ੀਜ਼ਸ। ਜੋ ਅਸੀਂ ਅੱਜ ਕਰ ਰਹੇ ਹਾਂ ਉਹ ਜਿਹੜਾ ਹਾਈਵੇ ਹੈ ਉਹ ਬਿਮਾਰੀਆਂ ਦਾ ਹਾਈਵੇ ਹੈ, ਜਿਹੜਾ ਸਾਨੂੰ ਬਿਮਾਰੀਆਂ ਵੱਲ ਨੂੰ ਲੈ ਕੇ ਜਾ ਰਿਹਾ। ਤੜ ਤੇਜ਼ੀ ਨਾਲ ਲੈ ਕੇ ਭੱਜਿਆ ਜਾ ਰਿਹਾ। ਅਸੀਂ ਉਹ ਖਾਈ ਜਾ ਰਹੇ ਹਾਂ, ਭਾਂਤ ਦੇ ਜਿਹੜੇ ਕੈਮੀਕਲਾਂ ਨਾਲ ਭਰੇ ਹੋਏ ਖਾਣੇ, ਇੰਡਸਟਰੀਅਲ ਫੂਡਸ, ਫਾਸਟ ਫੂਡਸ, ਬਿਮਾਰ ਕਰਨ ਵਾਲੇ ਖਾਣੇ, ਉਹ ਖਾਈ ਜਾ ਰਹੇ ਹਾਂ। ਲੇਕਿਨ ਉਹ ਜਿਹੜਾ ਵਰਤਾਰਾ ਹੈ, ਜਿਹੜਾ ਹਾਈ ਸਪੀਡ 'ਤੇ ਚੱਲ ਰਿਹਾ ਹੈ ਅਤੇ ਉਹਦਾ ਜਿਹੜਾ ਹਾਈਵੇ ਪੂਰਾ ਕਾਰਪੋਰੇਟ ਨੇ ਵਿਛਾ ਰੱਖਿਆ ਕਿ ਅਸੀਂ, ਕਿਉਂਕਿ ਉਧਰ ਪ੍ਰੋਫਿਟ ਹੁੰਦਾ ਹੈ, ਕਿਉਂਕਿ ਉਹ ਉਹੀ ਖਾਣੇ ਲੈ ਕੇ ਆਉਂਦੇ ਨੇ ਜਿਹਦੇ 'ਚ ਉਹਨਾਂ ਦਾ ਜਿਹੜਾ ਟਾਂਕਾ ਲੱਗ ਸਕੇ, ਉਹਨਾਂ ਨੂੰ ਪ੍ਰੋਫਿਟ ਹੋ ਸਕੇ। ਜਿਹੜਾ ਮਿਲਟਸ ਦਾ ਵਰਤਾਰਾ ਇਹ ਕਿਸਾਨ ਪੱਖੀ ਹੈ, ਕੁਦਰਤ ਪੱਖੀ ਹੈ, ਕੰਜ਼ਿਊਮਰ ਪੱਖੀ ਹੈ ਔਰ ਸਿਹਤ ਪੱਖੀ ਹੈ। ਔਰ ਐਡੇ ਵੰਡਰਫੁਲ ਰਿਜ਼ਲਟਸ ਨੇ ਕਿ ਜਿਹੜਾ ਪਹਿਲਾਂ ਖਾਣ ਲੱਗ ਜਾਏ ਬਿਮਾਰ ਹੋਣ ਤੋਂ, ਉਹਨੇ ਤਾਂ ਬਿਮਾਰ ਹੋਣਾ ਹੀ ਕੀ, ਉਹ ਤਾਂ ਹੁੰਦਾ ਹੀ ਨਹੀਂ ਬਿਮਾਰ। ਅਤੇ ਜਿਹੜਾ ਬਿਮਾਰੀਆਂ ਖਤਰਨਾਕ ਬਿਮਾਰੀਆਂ ਵੀ ਇਹਦੇ ਨਾਲ ਜਿਹੜੀਆਂ ਰਿਵਰਸ ਹੋ ਜਾਂਦੀਆਂ ਨੇ, ਇਹ ਇੱਕ ਬੜਾ ਕਮਾਲ ਦਾ ਜਿਹੜਾ ਉਹਦੇ ਅੰਦਰ ਗੁਣ ਹੈ, ਪੰਜ ਗੁਣ ਉਹਦੇ 'ਚ। ਸੋ ਖਾਦਰੌਲੀ ਜੀ ਨੇ ਇਹਨੂੰ ਤਿੰਨ 'ਚ ਡਿਵਾਈਡ ਕਰਤਾ ਅਨਾਜਾਂ ਨੂੰ: ਪੋਜ਼ੀਟਿਵ ਮਿਲਟਸ, ਪੋਜ਼ੀਟਿਵ ਗ੍ਰੇਨਸ, ਨਿਊਟਰਲ ਗ੍ਰੇਨਸ ਅਤੇ ਨੈਗੇਟਿਵ ਗ੍ਰੇਨਸ। ਨੈਗੇਟਿਵ ਗ੍ਰੇਨਸ ਬਦਕਿਸਮਤੀ ਸਾਡੀ ਪੰਜਾਬ ਦੀ ਕਿ ਦੋਨੋਂ ਜਿਹੜੇ ਸਾਡੇ ਮੁੱਖ ਗ੍ਰੇਨਸ ਨੇ ਉਹ ਨੈਗੇਟਿਵ ਨੇ, ਉਹ ਬਿਮਾਰੀਆਂ ਪੈਦਾ ਕਰਨ ਵਾਲੇ। ਉਹ ਕਣਕ, ਨੈਗੇਟਿਵ ਗ੍ਰੇਨ ਜਿਹੜੇ ਸਾਡੇ ਪੱਲੇ ਪੈ ਗਏ, ਜਿਹੜੇ ਸਾਡੇ ਬੱਲੇ ਪੈ ਗਏ, ਗ੍ਰੀਨ ਰੈਵੋਲੂਸ਼ਨ ਨੇ ਪਾਏ, ਜਿਹੜੇ ਕਾਰਪੋਰੇਟ ਨੇ ਪਾਏ। ਤਾਂ ਉਹ ਹੈਗੀ ਜਿਹੜੀ ਤੁਹਾਡੀ ਇਹ ਕਣਕ ਹੈ ਅੱਜ ਦੀ, ਅਤੇ ਦੂਜਾ ਹੈਗਾ ਤੁਹਾਡਾ ਚਿੱਟੇ ਚੌਲ। ਸੋ ਜਿਹੜੇ ਅਸੀਂ ਧੜਾ ਦੁਨੀਆ ਨੂੰ ਵੀ ਖਵਾਈ ਜਾ ਰਹੇ ਹਾਂ, ਅਤੇ ਇਹ ਇਨਡਾਇਰੈਕਟਲੀ ਸਾਡੇ ਤੋਂ ਜਾਣੇ ਅਣਜਾਣੇ 'ਚ ਉਹ ਵੀ ਪਾਪ ਹੋ ਰਿਹਾ ਕਿ ਅਸੀਂ ਉਹ ਧੜਾ ਪੈਦਾ ਕਰਕੇ ਲੋਕਾਂ ਨੂੰ ਬਿਮਾਰੀ ਵੰਡ ਰਹੇ ਹਾਂ। ਉਹਦੇ 'ਚ ਗਾਂ ਕੈਮੀਕਲ ਨੇ ਬਹੁਤ ਜ਼ਿਆਦਾ, ਆਰਸੈਨਿਕ ਹੈ, ਇਹ ਹੈ, ਉਹ ਵੱਖਰੀਆਂ ਗੱਲਾਂ ਨੇ, ਉਸ ਤੋਂ ਵੀ ਗਾਂ ਦੀਆਂ ਗੱਲਾਂ ਨੇ। ਲੇਕਿਨ ਉਹ ਆਪਣੇ ਆਪ 'ਚ ਹੀ ਚਿੱਟੇ ਚੌਲ ਜਿਹੜੇ ਨੇ ਉਹ ਬਿਮਾਰੀ ਦੀ ਕਿੱਦਾਂ ਘਰ ਨੇ, ਕਿਉਂਕਿ ਸ਼ੂਗਰ ਬਹੁਤ ਜਲਦੀ ਨਾਲ ਵਧਾਉਂਦੇ ਆ। ਅਤੇ ਉਹਦਾ ਜਿਹੜਾ ਜਿਹੜੇ ਨਿਊਟਰਲ ਗ੍ਰੇਨਸ ਨੇ, ਉਹਦੇ ਅੰਦਰ ਬਾਕੀ ਸਾਰੇ ਅਨਾਜ ਲਾ ਲਓ ਤੁਸੀਂ। ਉਹਦੇ 'ਚ ਤੁਸੀਂ ਮੱਕੀ ਲਾ ਲਓ, ਜਵਾਰ ਲਾ ਲਓ, ਬਾਜਰਾ ਲਾ ਲਓ, ਜੌਂ ਲਾ ਲਓ, ਤੁਹਾਡਾ ਰਾਗੀ ਲਾ ਲਓ, ਤੁਹਾਡੀ ਉਹ ਪ੍ਰੋਜ਼ੋ ਮਿਲਟ ਹੈ, ਤੁਹਾਡਾ ਕਿਨੂਆ ਹੈ, ਮੱਕੀ, ਹਾਂ ਸਾਰੇ ਜਿਹੜੇ ਬਾਕੀ ਨੇ ਨਿਊਟਰਲ ਅਨਾਜ ਨੇ। ਨਿਊਟਰਲ ਅਨਾਜ ਦਾ ਮਤਲਬ ਕੀ ਹੈ ਕਿ ਸਿਹਤਮੰਦ ਬੰਦਾ ਖਾਵੇ ਤਾਂ ਸਿਹਤਮੰਦ ਰਹੇਗਾ, ਉਹ ਬਿਮਾਰ ਨਹੀਂ ਹੁੰਦਾ। ਲੇਕਿਨ ਜੇ ਬਿਮਾਰ ਖਾਵੇ ਤਾਂ ਫਿਰ ਉਹਨੂੰ ਸਿਹਤਮੰਦ ਹੋਣ ਦੀ ਗਰੰਟੀ ਇਹਨਾਂ ਅਨਾਜਾਂ ਨਾਲ ਨਹੀਂ ਦੇ ਸਕਦੇ। ਉਹਨਾਂ ਦੀ ਜਿਹੜੀ ਗਰੰਟੀ ਦਿੰਦੇ ਨੇ ਉਹ 5 ਅਨਾਜ ਦਿੰਦੇ ਨੇ, ਜਿਹਨੂੰ ਅਸੀਂ ਪੋਜ਼ੀਟਿਵ ਗ੍ਰੇਨਸ ਕਹਿੰਦੇ ਹਾਂ। ਉਹ 5 ਅਨਾਜ ਨੇ: ਕੋਧਰਾ, ਬਾਬੇ ਨਾਨਕ ਵਾਲਾ, ਕੁਟਕੀ, ਕੰਗਣੀ, ਹਰੀ ਕੰਗਣੀ ਅਤੇ ਸੁਆਂਖ। ਮਸ਼ਹੂਰ ਹੈ ਵਰਤਾਂ ਦੇ ਚੌਲ, ਸਾਵਾਂ ਚੌਲ ਵੀ ਕਹਿੰਦੇ ਨੇ, ਸੁਆਂਖ ਵੀ ਕਹਿ ਦਿੰਦੇ ਨੇ। ਡਾਕਟਰ ਸਾਹਿਬ ਇੱਥੇ ਰੋਕਾਂਗਾ, ਜਿਹੜੇ ਵਰਤਾਂ ਵਾਲੇ ਆਪਾਂ ਚੌਲ ਕਹਿੰਦੇ ਹੈਗੇ ਆ, ਜਿਹੜੇ ਮਾਰਕੀਟ 'ਚ ਮਿਲਦੇ ਨੇ ਅਤੇ ਜਿਹੜੇ ਆਪਾਂ ਜਿਹੜੇ ਇੱਥੇ ਮੁਹੱਈਆ ਕਰਵਾਏ ਗਏ ਨੇ, ਜਿਹੜੇ ਇਸ ਗਰੁੱਪ ਦੇ ਵਿੱਚ ਆਉਂਦੇ ਨੇ, ਯਾਨੀ 5 ਅਨਾਜਾਂ ਦੇ ਗਰੁੱਪ ਦੇ ਵਿੱਚ ਆਉਂਦੇ ਨੇ, ਉਹਨਾਂ 'ਚ ਤਾਂ ਕਾਫੀ ਫਰਕ ਹੈ। ਕਿਉਂਕਿ ਉਹ ਮਾਰਕੀਟ ਵਾਲੇ ਜਿਹੜੇ ਹੁੰਦੇ ਨੇ ਉਹ ਨਹੀਂ ਇੰਨੇ ਉਹ ਵਧੀਆ ਬਣ ਪਾਉਂਦੇ, ਜਿਹੜੇ ਇਹ ਗਰੁੱਪ ਵਾਲੇ ਇਹਦੇ ਵਧੀਆ। ਹਾਂ, ਨਹੀਂ, ਉਹ ਪੋਲਿਸ਼ ਨੇ, ਪੁਰਾਣੇ ਹੁੰਦੇ ਆ ਬਹੁਤ। ਕਿਉਂਕਿ ਇਹਨਾਂ ਜਿਹੜੇ ਮਿਲਟਸ ਨੇ, ਇਹਨਾਂ ਦਾ ਗੁਣ ਕੀ ਹੈ ਕਿ ਸ਼ੈਲਿੰਗ ਹੁੰਦੀ ਹੈ ਇਹਨਾਂ ਦੀ ਸਭ ਦੀ। ਜਿੱਦਾਂ ਜੀਰੀ ਦਾ ਛਿਲਕਾ ਉਤਾਰਦੇ ਆਪਾਂ ਅਤੇ ਚੌਲ ਨਿਕਲਦੇ ਆ, ਉੱਦਾਂ ਇਹਦੇ ਉੱਪਰੋਂ ਵੀ ਮੋਟਾ ਛਿਲਕਾ ਉਤਰਦਾ।
ਮੋਟਾ ਛਿਲਕਾ ਉਤਰਨ ਤੋਂ ਬਾਅਦ ਇਹਨਾਂ ਦੀ ਸ਼ੈਲਫ ਲਾਈਫ ਜਿਹੜੀ ਹੈ 3 ਜਾਂ 4 ਮਹੀਨੇ ਆ। ਇਹ 3 ਜਾਂ 4 ਮਹੀਨੇ ਦੇ ਵਿੱਚ ਖਾਣੇ ਹੁੰਦੇ ਆ। ਜਦੋਂ ਅਸੀਂ 3-4 ਮਹੀਨੇ 'ਚ ਨਹੀਂ ਖਾਂਦੇ ਤਾਂ ਫਿਰ ਇਹਨਾਂ ਦੀ ਫੂਡ ਵੈਲਿਊ ਘਟਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਜੇ ਤੁਸੀਂ ਆਟਾ ਪਿਆ ਲਿਆ ਤਾਂ ਆਟਾ ਬਹੁਤ ਹੀ ਕੁਇਕਲੀ ਖਾਣਾ ਹੁੰਦਾ ਇਹਦਾ 15 ਦਿਨਾਂ 'ਚ ਹੀ ਮੰਨ ਲਓ, ਵੱਧ ਮਹੀਨੇ 'ਚ ਬਹੁਤ ਤੇਜ਼ੀ ਨਾਲ ਖਾਣਾ ਹੁੰਦਾ, ਕਿਉਂਕਿ ਆਟਾ ਫਿਰ ਇਹਦਾ ਬਹੁਤ ਤੇਜ਼ੀ, ਕਿਉਂਕਿ ਆਰਗੈਨਿਕ ਨੇ, ਬਹੁਤ ਤੇਜ਼ੀ ਨਾਲ ਇਹ ਆਕਸੀਡਾਈਜ਼ ਹੋ ਜਾਂਦੇ ਆ, ਖਰਾਬ ਹੋ ਜਾਂਦੇ ਆ, ਜਾਂ ਇਹਨਾਂ ਦੀ ਫੂਡ ਵੈਲਿਊ ਬਹੁਤ ਘਟ ਜਾਂਦੀ ਹੈ। ਤੇ ਇਸ ਕਰਕੇ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਥੇ, ਅਸੀਂ ਹੁਣ ਇੱਥੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜਿੱਥੋਂ ਮੰਗਾ ਰਹੇ ਹਾਂ ਉਹਨੂੰ ਸਾਡਾ ਕਿਹਾ ਹੋਇਆ ਕਿ ਜਦੋਂ ਸਾਡਾ ਆਰਡਰ ਆਵੇ ਫਿਰ ਸ਼ੈਲਿੰਗ ਕਰਾਉਣੀ ਹੈ। ਸੋ ਜਦੋਂ ਆਰਡਰ ਜਾਂਦਾ ਫਿਰ ਸਾਨੂੰ ਉਹਨੇ ਕਿਹਾ ਹੋਇਆ ਵੀ ਮੈਨੂੰ ਤੁਸੀਂ 10 ਦਿਨ ਐਡਵਾਂਸ ਦੇਣਾ ਆਰਡਰ, ਤਾਂ ਅਸੀਂ ਉਹਨੂੰ 10 ਦਿਨ ਐਡਵਾਂਸ ਆਰਡਰ ਦਿੰਦੇ ਹਾਂ। ਫਿਰ ਉਹ 2-3 ਦਿਨ ਸ਼ੈਲਿੰਗ 'ਚ ਲੱਗ ਜਾਂਦੇ, ਉਹ ਫਿਰ 2-3 ਦਿਨ 'ਚ ਕਰਾ ਕੇ ਸ਼ੈਲਿੰਗ ਕਰਾ ਕੇ ਫਿਰ ਉਹ ਸਾਨੂੰ ਸ਼ਿਪ ਕਰਨਾ ਕਰ ਦਿੰਦਾ, ਟਰਾਂਸਪੋਰਟ 'ਚ ਪਾ ਦਿੰਦਾ। ਉਹ ਹਫ਼ਤੇ ਹੀ ਸਾਡੇ ਕੋਲ ਪਹੁੰਚ ਜਾਂਦੇ, ਯਾਨੀ ਕਿ 10 ਕੁ ਦਿਨ 15 ਦਿਨ ਸਾਡੇ ਕੋਲ ਪਹੁੰਚ ਜਾਂਦੇ ਆ। ਯਾਨੀ ਕਿ ਸਾਡੇ ਕੋਲ 3 ਮਹੀਨੇ ਉਹ ਠੀਕ ਹੁੰਦੇ। ਤਾਂ ਅਸੀਂ ਮਰੀਜ਼ਾਂ ਨੂੰ ਕਹਿੰਦੇ ਵੀ ਇੱਦਾਂ ਹੀ ਆ ਵੀ ਤੁਸੀਂ ਮਹੀਨੇ ਦੀ ਲੈ ਕੇ ਜਾਓ, ਮਹੀਨੇ ਤੋਂ ਵੱਧ ਨਾ ਲੈ ਕੇ ਜਾਓ, ਅਗਲੇ ਮਹੀਨੇ ਫਿਰ ਨਵਾਂ ਆ ਜਾਏਗਾ। ਤਾਂ ਉਹ ਸਾਡਾ ਸਾਈਕਲ ਬਣਿਆ ਹੀ ਰਹਿੰਦਾ। ਤਾਂ ਅਸੀਂ ਜਿਹੜੇ ਉਸ ਤੋਂ ਅੱਗੇ ਅਸੀਂ ਇੰਟਰੋਡਿਊਸ ਕਰ ਰਹੇ ਹੁਣ ਵੈਕਮ ਪੈਕਿੰਗ। ਵੈਕਮ ਪੈਕਿੰਗ ਜਿਹੜੀ ਹੁੰਦੀ ਹੈ ਜੀ, ਉਹਦੇ 'ਚ ਗੁਣ ਹੈ ਕਿ ਉਹਦੇ 'ਚ ਹਵਾ ਕੱਢ ਦਿੰਦੇ ਲਿਫਾਫੇ 'ਚੋਂ। ਜਦੋਂ ਹਵਾ ਕੱਢਤੀ ਲਿਫਾਫੇ 'ਚੋਂ ਤਾਂ ਫਿਰ ਉਹਦਾ ਜਿਹੜਾ ਉਹਦੇ ਪ੍ਰੋਸੈਸ ਆ ਉਹਦਾ ਖੁਰਾਕੀ ਤੱਤ ਘਟਣ ਦਾ ਉਹ ਸਲੋ ਹੋ ਜਾਂਦਾ ਬਹੁਤ, ਕਿਉਂਕਿ ਆਕਸੀਡਾਈਜ਼ ਹਵਾ ਦੇ ਸਿਰ 'ਤੇ ਹੋਣਾ ਉਹਨੇ। ਜਿੱਥੇ ਹਵਾ ਹੈ ਨਹੀਂ ਲਿਫਾਫੇ ਦੇ ਵਿੱਚ ਤਾਂ ਉਹ ਫਿਰ ਉਹਦੀ ਸ਼ੈਲਫ ਲਾਈਫ ਜਿਹੜੀ ਆ ਉਹ ਲੰਬੀ ਹੋ ਜਾਂਦੀ ਹੈ। ਤਾਂ ਇਸ ਕਰਕੇ 2 ਚੀਜ਼ਾਂ ਅਸੀਂ ਕਰਦੇ ਹਾਂ। ਇੱਕ ਤਾਂ ਸਾਡਾ ਸਪਲਾਇਰ ਬਹੁਤ ਅੱਛਾ, ਕੁਆਲਿਟੀ ਸਾਡੀ ਮੇਰੇ ਖਿਆਲ 'ਚ ਮੈਂ ਅਮਰੀਕਾ ਤੱਕ ਵੀ, ਮੇਰਾ ਬੇਟਾ ਮੈਨੂੰ ਅੱਜ ਹੀ ਫੋਨ 'ਤੇ ਦੱਸ ਰਿਹਾ ਸੀਗਾ ਕਿ ਜੋ ਕੁਆਲਿਟੀ ਤੁਹਾਡੀ ਉੱਥੇ ਹੈ ਮਿਲਟਸ ਦੀ, ਉਹ ਅਮਰੀਕਾ 'ਚ ਨਹੀਂ ਮਿਲਦੀ ਹੈ। ਅਮਰੀਕਾ ਜੋ ਮਿਲਦੇ ਆ ਬਹੁਤ ਬਾਸੀ ਨੇ, ਪੁਰਾਣੇ ਨੇ ਜਾਂ ਪੋਲਿਸ਼ਡ ਨੇ। ਇਹ ਪੋਲਿਸ਼ਿੰਗ ਕਰਦੇ, ਉੱਪਰ ਪੋਲਿਸ਼ ਕਰ ਦਿੰਦੇ, ਫਿਰ ਇਹਨੂੰ ਜਦੋਂ ਛਿਲਕਾ ਉਤਾਰਦੇ ਆ, ਸ਼ੈਲਿੰਗ ਕਰਦੇ ਆ, ਤੇ ਸ਼ੈਲਿੰਗ ਤੋਂ ਬਾਅਦ ਫਿਰ ਪੋਲਿਸ਼ਿੰਗ ਕਰ ਦਿੰਦੇ ਆ। ਤੁਸੀਂ ਗੱਲ ਕੀਤੀ ਹੈ ਵੀ ਚੌਲਾਂ ਨੂੰ ਜਿਹੜਾ ਸ਼ੈਲਿੰਗ ਕਰਨ ਤੋਂ ਬਾਅਦ ਉਹਦੇ ਉੱਤੇ ਪੋਲਿਸ਼ ਹੁੰਦੀ ਹੈ, ਤੁਸੀਂ ਗੱਲ ਕੀਤੀ ਹੈ ਜਿਹੜੇ ਮਿਲਟਸ ਨੂੰ, ਮੂਲ ਅਨਾਜਾਂ ਨੂੰ ਵੀ ਸ਼ੈਲਿੰਗ ਕਰਨ ਤੋਂ ਬਾਅਦ ਉੱਤੇ ਪੋਲਿਸ਼ ਕੀਤੀ ਜਾਂਦੀ। ਜਿਹੜੇ ਚੌਲ, ਹੁਣ ਆਪਾਂ ਮਨਾ ਤਾਂ ਕਰਦੇ ਹਾਂ ਵੀ ਚੌਲ ਜਿਹੜੇ ਨੇ ਉਹ ਸਟਾਰਚ ਨੇ, ਉਹ ਖਰਾਬੀ ਕਰਦੇ ਨੇ। ਜਿਹੜੇ ਚੌਲ ਬਿਨਾਂ ਪੋਲਿਸ਼ ਵਾਲੇ ਨੇ, ਜਿਹੜੇ ਮਿਲਟਸ ਬਿਨਾਂ ਪੋਲਿਸ਼ ਵਾਲੇ ਨੇ, ਕਿ ਚੌਲ ਵੀ ਬਿਨਾਂ ਪੋਲਿਸ਼ ਵਾਲੇ ਜਿਹੜੇ ਉਹ ਨੁਕਸਾਨ ਨਹੀਂ ਕਰਦੇ ਜਿਹੜੇ ਚਿੱਟੇ ਨੇ ਤੇ ਜਿਵੇਂ ਇਹ ਨੇ? ਹਾਂ ਬਿਲਕੁਲ, ਚਿੱਟੇ ਚੌਲਾਂ ਦੇ ਮੁਕਾਬਲੇ 'ਚ ਬਰਾਊਨ ਚੌਲ ਬੈਟਰ ਨੇ। ਮਤਲਬ ਉਹ ਅਨਪੋਲਿਸ਼ ਨੇ? ਹਾਂ, ਉਹ ਅਨਪੋਲਿਸ਼ ਵੀ ਨੇ। ਇਹ ਚੌਲ ਇਹੀ ਹੁੰਦੇ ਨੇ? ਅਨਪੋਲਿਸ਼ ਨਹੀਂ ਹੈਗੇ, ਉਹਦਾ ਅੰਦਰਲਾ ਛਿਲਕਾ ਵੀ ਇੰਟੈਕਟ ਹੈ। ਨਹੀਂ ਹੈ, ਉਹ ਇਹੀ ਚੌਲ ਹੁੰਦੇ ਕਿ ਵੱਖਰੇ ਹੁੰਦੇ? ਨਹੀਂ, ਇਹੀ ਚੌਲ, ਇਸੇ ਚੌਲ ਦੇ ਤੁਸੀਂ ਬਰਾਊਨ ਰਾਈਸ ਬਣਾ ਸਕਦੇ ਹੋ। ਵੈਸੇ ਤਾਂ ਹੁਣ ਬਰਾਊਨ ਰਾਈਸ ਜਿਹੜੀ ਵਿਕਦੀ ਹੈ ਬਾਸਮਤੀ ਵਿਕਦੀ ਹੈ, ਜੀਰੀ ਨਹੀਂ ਹੈ, ਆਰਡਰੀ ਜੀਰੀ ਨਹੀਂ ਹੈ, ਕਿਉਂਕਿ ਆਰਡਰੀ ਜੀਰੀ ਕੋਈ ਲੈਂਦਾ ਹੀ ਨਹੀਂ। ਬਰਾਊਨ ਦਾ ਦਗ ਦੀ ਗਾਹਕੀ ਨਹੀਂ ਹੈ, ਸ਼ਾਇਦ ਜਿੱਥੇ ਕਿਤੇ ਬਾਹਰ ਹੋਵੇ ਤਾਂ ਹੋਵੇ। ਲੇਕਿਨ ਅਸੀਂ ਜਿਹੜੇ ਬਰਾਊਨ ਚੌਲ ਹੁਣ ਮਿਲ ਰਿਹਾ ਉਹ ਸਾਰਾ ਬਾਸਮਤੀ ਹੈ। ਉਹ ਨੁਕਸਾਨ ਨਹੀਂ, ਨੁਕਸਾਨ ਘੱਟ ਕਰੇਗਾ। ਮਤਲਬ ਮਿਲਟਸ ਦੇ ਮੁਕਾਬਲੇ ਤਾਂ ਕੁਝ ਵੀ ਨਹੀਂ ਨਾ। ਮਿਲਟਸ ਦਾ ਜਿਹੜਾ ਫਾਈਬਰ ਕੰਟੈਂਟ ਹੈ ਉਹ ਹੈਗਾ 8 ਤੋਂ ਲੈ ਕੇ 12%, ਔਰ ਬਾਕੀ ਜਿਹੜੇ ਨਿਊਟ੍ਰੀਐਂਟਸ ਨੇ ਉਹ ਵੀ ਬਹੁਤ ਬੈਲੈਂਸ ਨੇ। ਔਰ 8 ਤੋਂ 12% ਫਾਈਬਰ ਕੰਟੈਂਟ ਵੀ, ਫਾਈਬਰ ਵੀ ਇਹਦਾ ਸਪਾਇਰਲ ਹੈ। ਸਪਾਇਰਲ ਦਾ ਮਤਲਬ ਕਿ ਰਿੰਗ ਬਣਿਆ ਹੋਇਆ, ਤੇ ਜਿਵੇਂ ਜਿਵੇਂ ਉਹ ਹਜਮ ਹੁੰਦਾ ਹੈ ਉਹ ਤਿਵੇਂ ਹੌਲੀ ਗਲੂਕੋਜ਼ ਰਿਲੀਜ਼ ਹੁੰਦੀ ਹੈ। ਗਲੂਕੋਜ਼ ਦਾ ਰਿਲੀਜ਼ ਜਿਹੜਾ ਹੈ ਜਿੱਦਾਂ ਚਾਹੀਦਾ ਹੈ, ਜਿਵੇਂ ਉਹ ਡ੍ਰਿਪ ਨਹੀਂ ਲਾਈ ਹੁੰਦੀ ਮਰੀਜ਼ ਦੇ, ਉਹ ਤੁਪਕਾ ਗਿਰਦੀ ਹੈ। ਜੇ ਫਾਸਟ ਕਰਕੇ ਚਲਾ ਦਿਓ ਤਾਂ ਫਿਰ ਕੀ ਹੋਏਗਾ, ਗੁਰਦਿਆਂ ਨੂੰ ਭਾਜਣਾ ਪੈ ਜਾਣਗੀਆਂ। ਤਾਂ ਇੱਦਾਂ ਹੀ ਜੇ ਸ਼ੂਗਰ ਦਾ ਹੜ ਆ ਜਾਏਗਾ ਅੰਦਰ ਸਰੀਰ ਦੇ ਤਾਂ ਨੁਕਸਾਨ ਕਰਦੀ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਫੂਡਸ ਇੱਦਾਂ ਦੇ ਹੋਣ ਕਿ ਉਹ ਸਾਡੇ ਜਿਹੜੀ ਫੂਡ ਅੰਤੜੀਆਂ ਤੋਂ ਜਿਹੜੀ ਸ਼ੂਗਰ ਆਉਣੀ ਹੈ ਉਹ ਹੌਲੀ ਆਵੇ, ਗਲੂਕੋਜ਼ ਦੇ ਤੁਪਕੇ ਵਾਂਗ। ਇਹ ਜਿਹੜੇ ਗ੍ਰੇਨਸ ਨੇ, ਪੰਜ ਮਿਲਟਸ ਨੇ, ਇਹ ਬੈਸਟ ਨੇ ਉਹਦੇ ਲਈ। ਇੱਕ ਤਾਂ ਹੈ ਕਿਉਂਕਿ ਇਹਦੀ ਫਾਈਬਰ ਕੰਟੈਂਟ ਬਹੁਤ ਜ਼ਿਆਦਾ ਹੈ, ਔਰ ਫਾਈਬਰ ਦੇ ਨਾਲ ਉਹ ਜਿਹੜੀ ਸਟਾਰਚ ਲੱਗੀ ਹੋਈ ਹੈ ਉਹ ਸਪਾਇਰਲ ਸ਼ਕਲ 'ਚ ਹੈ। ਸਪਾਇਰਲ ਸ਼ਕਲ 'ਚ ਜਿੱਦਾਂ ਸਪਰਿੰਗ ਹੁੰਦਾ। ਤਾਂ ਸਪਰਿੰਗ ਦੇ ਵਿੱਚ ਜਿਵੇਂ ਉੱਪਰਲੀ ਤਹਿ ਹਜਮ ਹੋ ਗਈ, ਫਿਰ ਥੋੜ੍ਹੀ ਜਿਹੀ ਗਲੂਕੋਜ਼ ਰਿਲੀਜ਼ ਹੋ ਗਈ, ਫਿਰ ਅੰਦਰਲੀ ਲੇਅਰ ਹਜਮ ਹੋ ਗਈ, ਫਿਰ ਥੋੜ੍ਹੀ ਜਿਹੀ ਹੋਰ ਹੋ ਗਈ, ਫਿਰ ਅੰਦਰਲੀ ਲੇਅਰ। ਤਾਂ ਇਹ ਹੌਲੀ ਉਹ ਰਿਲੀਜ਼ ਹੁੰਦੀ ਹੈ। ਔਰ ਇਹ ਸਾਡੇ ਸਿਹਤ ਲਈ ਬਹੁਤ ਹੀ ਵੰਡਰਫੁਲ ਇਫੈਕਟ ਹੈ, ਜਿਹਨੂੰ ਅਸੀਂ ਕਹਿੰਦੇ ਪੀਕ ਇਫੈਕਟ ਨਹੀਂ ਆਉਂਦਾ। ਗਲੂਕੋਜ਼ ਦਾ ਪੀਕ ਇਫੈਕਟ ਜਿਹੜਾ ਪੀਕ ਵੱਜਦੀ ਜਦੋਂ ਉਹ ਬਿਮਾਰੀਆਂ ਦੀ ਜੜ੍ਹ ਹੈ। ਜਦੋਂ ਜਿਹੜਾ ਗਲੂਕੋਜ਼ ਦੀ ਪੀਕ ਹੈ ਉਹਦੇ ਪਿੱਛੇ ਇਨਸੂਲਿਨ ਦੀ ਪੀਕ ਆਉਂਦੀ ਹੈ। ਤਾਂ ਇਹ ਕਹਿੰਦੇ 2 ਟਵਿਨ ਨੇ ਜਿਹੜੇ ਜੋੜੇ, ਦੋ ਭੂਤ ਨੇ, ਇਹ ਦੋਨੋਂ ਫਿਰ ਬਹੁਤ ਖਤਰਨਾਕ ਨੇ। ਕਾਲੇ ਚੌਲ ਵੀ ਹੁੰਦੇ ਨੇ, ਉਹ ਵੀ ਵਧੀਆ ਹੁੰਦੇ ਨੇ? ਬਹੁਤ ਬਰਾਊਨ ਵਰਗੇ ਹੀ ਨੇ ਉਹ ਸਾਰੇ। ਉਹ ਸਾਰੇ ਉਹ ਚੌਲ ਨੇ ਜਿਨ੍ਹਾਂ ਦੇ ਉੱਪਰ ਛਿਲਕਾ ਨਹੀਂ ਲਾਇਆ ਹੋਇਆ। ਜਿਹੜਾ ਅੰਦਰਲਾ ਛਿਲਕਾ ਉਹਦਾ ਇੰਟੈਕਟ ਹੈ। ਅੰਦਰਲਾ ਛਿਲਕਾ ਇੱਕ ਤੋਂ ਨਿਊਟ੍ਰੀਐਂਟਸ ਬਹੁਤ ਜ਼ਿਆਦਾ ਨੇ, ਖੁਰਾਕੀ ਤੱਤ ਬਹੁਤ ਨੇ। ਦੂਜੀ ਗੱਲ, ਉਹਦੇ ਅੰਦਰ ਫਿਰ ਸਟਾਰਚ ਜਿਹੜੀ ਆ ਉਹ ਘਟ ਜਾਂਦੀ ਹੈ ਰਿਲੇਟਿਵਲੀ, ਔਰ ਹੌਲੀ ਰਿਲੀਜ਼ ਹੁੰਦੀ ਹੈ। ਕਿਉਂਕਿ ਜਦੋਂ ਉਹ ਛਿਲਕਾ ਹੌਲੀ ਹਜਮ ਹੋਏਗਾ ਤੇ ਜਿਵੇਂ ਹਜਮ ਹੋਏਗਾ ਛਿਲਕਾ, ਉਹ ਤਿਵੇਂ ਉਹ ਰਿਲੀਜ਼ ਹੋਏਗੀ। ਇਹਨਾਂ ਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਨਿਊਟਰਲ ਅਨਾਜ ਨੇ ਜਿਹੜੇ ਕਾਲੇ ਤੇ ਬਰਾਊਨ ਚੌਲ ਨੇ? ਰੱਖ ਸਕਦੇ ਹਾਂ ਜੇ ਆਪਾਂ ਕਹੀਏ ਤਾਂ ਨਿਊਟਰਲ। ਆਪਾਂ ਬਰਾਊਨ ਤੇ ਹਾਂ,
ਬਿਲਕੁਲ ਬਿਮਾਰ ਨੇ। ਕਦੇ ਕਦੇ ਮਤਲਬ ਤੁਸੀਂ ਖਾਣੇ ਹੋਣ ਜੇ ਚੌਲ ਸ਼ੌਕੀਆ ਕੋਈ ਤਾਂ ਤੁਸੀਂ ਬਰਾਊਨ ਚੌਲ ਖਾਓ। ਬਰਾਊਨ ਚੌਲ ਦੀ ਇੱਕੋ ਹੀ ਹਾਂ ਬਰਾਊਨ ਬਲੈਕ ਰੈੱਡ ਕਈ ਕਿਸਮ ਦੇ ਆ ਗਏ ਹੁਣ ਚੌਲਾਂ ਦੀ। ਇੱਕ ਕੁਲਵੰਤ ਜੀ ਬਹੁਤ ਵਰਾਇਟੀ ਨੇ, ਇੱਕ ਨਹੀਂ ਆਪਾਂ ਤਾਂ 2-4 ਵਰਾਇਟੀ ਜਾਣਦੇ ਨਾ, ਇਹਨਾਂ ਦੇ ਚੌਲਾਂ ਦੀਆਂ ਹਜ਼ਾਰਾਂ ਵਰਾਇਟੀਜ਼ ਨੇ ਹਿੰਦੁਸਤਾਨ 'ਚ ਹੀ। ਇਕੱਲੇ ਇੰਡੀਆ 'ਚ ਹੀ ਇਹੋ ਜਿਹੀਆਂ ਵਰਾਇਟੀ ਨੇ ਜਿਹੜੀਆਂ ਕਿ ਸ਼ੂਗਰ ਵਾਲਿਆਂ ਲਈ ਰਿਕਮੈਂਡਡ ਨੇ, ਇਹੋ ਜਿਹੀਆਂ ਵਰਾਇਟੀ ਜਿਹੜੀਆਂ ਪ੍ਰੈਗਨੈਂਟ ਔਰਤਾਂ ਲਈ ਰਿਕਮੈਂਡਡ ਨੇ। ਤਾਂ ਇੱਦਾਂ ਦੀ ਮਤਲਬ ਕੁਦਰਤ ਦੇ ਅੰਦਰ ਬਹੁਤ ਵਰਾਇਟੀ ਹੈ। ਉਹ ਕਹਿਣ ਨੂੰ ਸਾਰੇ ਚੌਲ ਨੇ, ਲੇਕਿਨ ਉਹਦੇ ਗੁਣ ਧਰਮ ਉਹਦੀ ਦੁਆ ਵੈਲਿਊ ਬਹੁਤ ਅਲੱਗ ਹੈ। ਤਾਂ ਉਹ ਜਿਹੜੇ ਨੇ ਉਹ ਸਾਰੇ ਜਿਹੜੇ ਨੇ ਜੇ ਉਹਦੇ 'ਤੇ ਉੱਪਰ ਬਾਹਰਲਾ ਛਿਲਕਾ ਇੰਟੈਕਟ ਰੱਖਿਆ ਹੋਇਆ ਅਤੇ ਪੋਲਿਸ਼ਿੰਗ ਤਾਂ ਅਗਲੀ ਗੱਲ ਹੈ ਨਾ। ਪਹਿਲਾਂ ਤੁਸੀਂ ਅਗਲਾ ਅੰਦਰਲਾ ਛਿਲਕਾ ਵੀ ਲਾ ਦਿੰਦੇ ਹੋ। ਹੁਣ ਸਾਡੇ ਕੀ ਹੁੰਦਾ, ਸ਼ੈਲਰ 'ਚ ਪਹਿਲਾਂ ਬਾਹਰਲਾ ਛਿਲਕਾ ਉਤਰਦਾ। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप इस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। ਫਿਰ ਉਹ ਅਗਲੇ 'ਚ ਜਾਂਦਾ ਤਾਂ ਅੰਦਰਲਾ ਛਿਲਕਾ ਵੀ ਉਤਰ ਜਾਂਦਾ, ਜਿਹਦਾ ਤੇਲ ਬਣਦਾ ਹੈ ਰਸੀਲਾ ਸਭ ਨੂੰ ਪਤਾ ਹੋਣਾ। ਰਸੀਲਾ ਕੀ ਹੁਣ ਰਾਈਸ ਬਰਾਉਨ ਦਾ ਤੇਲ ਹੈ। ਬਰਾਉਨ ਮਤਲਬ ਅੰਦਰਲਾ ਛਿਲਕਾ, ਉੱਪਰੋਂ ਫੱਕ ਲੈ ਗਈ ਮੋਟਾ ਛਿਲਕਾ, ਅੰਦਰੋਂ ਬਰਾਉਨ ਲੈ ਗਈ ਬਰੀਕ ਛਿਲਕਾ, ਤੇ ਫਿਰ ਉਹਨੂੰ ਪੋਲਿਸ਼ ਕਰਤਾ, ਫਿਰ ਰਗੜਤਾ ਉਹਨੂੰ। ਰਗੜਨ ਨਾਲ ਜਿਹੜੀ ਮਾੜੀ ਮੋਟੀ ਜਿਹੜੀ ਉਹ ਫੱਕ ਰਹੀ ਵੀ ਹੁੰਦੀ ਹੈ ਉਹ ਵੀ ਉਤਰ ਜਾਂਦੀ ਹੈ। ਤਾਂ ਉਹਦਾ ਨੈਟ ਰਿਜ਼ਲਟ ਕੀ ਹੁੰਦਾ ਕਿ ਸ਼ੁੱਧ ਸਟਾਰਚ ਹੈ ਔਰ ਪੀਕ ਮਾਰਦੀ ਹੈ। ਸੋ ਜੇ ਬਰਾਊਨ ਚੌਲ ਖਾਵਾਂਗੇ ਆਪਾਂ ਤਾਂ ਉਹ ਬੈਟਰ ਨੇ। ਲੇਕਿਨ ਜਿਹੜੇ ਪੋਜ਼ੀਟਿਵ ਜਿਹੜੇ ਗ੍ਰੇਨਸ ਨੇ, ਪੰਜੇ ਮਿਲਟ ਨੇ, ਅਤੇ ਬਾਕੀਆਂ ਦੇ ਮੁਕਾਬਲੇ 'ਚ, ਬਾਜਰੇ ਦੇ ਮੁਕਾਬਲੇ 'ਚ ਜਾਂ ਜਵਾਰ ਦੇ ਮੁਕਾਬਲੇ 'ਚ ਜਾਂ ਮੱਕੀ ਦੇ ਮੁਕਾਬਲੇ 'ਚ ਉਹ ਰਾਈਸ, ਬਰਾਊਨ ਰਾਈਸ 'ਚ ਵੀ ਅਜੇ ਵੀ ਸ਼ੂਗਰ ਜ਼ਿਆਦਾ ਵੈਲਿਊ ਹੈ ਸਟਾਰਚ ਦੀ। ਤੋ ਇਸ ਕਰਕੇ ਜੇ ਚਿੱਟੇ ਚੌਲਾਂ ਦੇ ਮੁਕਾਬਲੇ 'ਚ ਠੀਕ ਨੇ ਉਹ, ਲੇਕਿਨ ਆਪਾਂ ਕਹੀਏ ਕਿ ਉਹ ਮਿਲਟਸ ਦੇ ਮੁਕਾਬਲੇ ਦੇ ਨੇ ਐਸਾ ਕੁਛ ਨਹੀਂ। ਮਿਲਟਸ ਬੈਸਟ ਗ੍ਰੇਨਸ ਨੇ ਸਾਨੂੰ ਠੀਕ ਰੱਖ ਅੱਜ ਦੇ ਮਨੁੱਖ ਨੂੰ। ਹੁਣ ਆਪਾਂ ਆਈਏ, ਉਹ ਜਿਹੜੇ ਮੇਘਨਾ ਜੀ ਆ ਰਹੇ ਨੇ ਉਹ ਕਿੱਦਾਂ ਸਿਖਾਉਣਗੇ ਪਬਲਿਕ ਨੂੰ? ਕੁਛ ਖਾਸ ਹੈਗਾ ਉਹਦੇ 'ਚ ਪਲਾਨ ਹੈਗਾ ਵੀ ਕਿੱਦਾਂ ਕਿਹੜੇ ਰੈਸਪੀਜ਼ ਦਾ ਫੂਡ ਫੈਸਟੀਵਲ ਕਰਾਉਣ ਜਾ ਰਹੇ ਹਾਂ ਅਸੀਂ। 1 2 3 4 5 6 7 8 9 ਪੰਜਾਬ, ਦਿੱਲੀ ਸਮੇਤ ਦਿੱਲੀ ਗੁੜਗਾਉਂ ਸਮੇਤ 9 ਪ੍ਰੋਗਰਾਮ ਕਰਾਉਣ ਜਾ ਰਹੇ ਹਾਂ ਅਸੀਂ 8 ਦਿਨਾਂ 'ਚ। ਉਹਦੇ 9 ਪ੍ਰੋਗਰਾਮ ਨੇ, ਉਹਦੇ 3 ਕੰਪੋਨੈਂਟ ਹੋਣਗੇ। ਇੱਕ ਕੰਪੋਨੈਂਟ ਹੋਏਗਾ ਕਿ ਉਹ ਕੁਕਿੰਗ ਸਿਖਾਈ ਜਾਏਗੀ, 6 ਘੰਟੇ ਦੀ ਕਲਾਸ ਹੋਏਗੀ। ਜਿੱਥੇ ਹਾਫ ਡੇ ਪ੍ਰੋਗਰਾਮ ਹੈ ਉੱਥੇ 3 ਘੰਟੇ ਦੀ 1-2 ਥਾਵਾਂ 'ਤੇ, ਬਾਕੀ ਤਕਰੀਬਨ ਫੁੱਲ ਡੇ ਪ੍ਰੋਗਰਾਮ, ਜਿਵੇਂ ਪਟਿਆਲੇ 'ਚ ਫੁੱਲ ਡੇ ਪ੍ਰੋਗਰਾਮ ਹੈ, ਤਾਂ ਫੁੱਲ ਡੇ ਪ੍ਰੋਗਰਾਮ ਦੇ ਵਿੱਚ 6 ਘੰਟੇ ਦੀ ਕੁਕਿੰਗ ਕਲਾਸ ਹੋਏਗੀ। 6 ਘੰਟੇ ਦੀ ਪੂਰਾ ਹੌਲੀ ਸਾਰਾ ਸਟੈਪ ਬਾਈ ਸਟੈਪ ਸਾਰੇ ਜਿਹੜੇ ਰੈਸਪੀਜ਼ ਨੇ, ਭਾਂਤ ਦੀਆਂ ਰੈਸਪੀਜ਼ ਜਿਹੜੀਆਂ ਉਹ ਸਿਖਾਈਆਂ ਜਾਣਗੀਆਂ। ਉਹ ਇਕੱਲੀ ਮੇਘਨਾ ਸ਼ੁਕਲਾ ਨਹੀਂ ਆਏਗੀ, ਉਹਦੇ ਨਾਲ ਹੋਰ ਟੀਮ ਵੀ ਆਏਗੀ ਜਿਹੜੀ ਆਪੋ ਆਪਣੇ ਰੈਸਪੀਜ਼ ਦੀਆਂ ਐਕਸਪਰਟ ਨੇ ਜਿਹੜੀਆਂ। ਤਾਂ ਉਹਦੇ 'ਚ ਬੜੇ ਵੰਡਰਫੁਲ ਸਿਖਾਈ ਵੀ ਜਾਏਗੀ ਔਰ ਦੂਜਾ ਕੰਪੋਨੈਂਟ ਖਿਲਾਈ ਵੀ ਜਾਏਗੀ। ਅਸੀਂ ਉਹਨਾਂ ਖਾਣਿਆਂ ਨੂੰ ਸਰਵ ਵੀ ਕਰਾਂਗੇ, ਲੋਕ ਉਹਨੂੰ ਇੰਜੋਏ ਵੀ ਕਰ ਸਕਣਗੇ, ਰੈਲਿਸ਼ ਵੀ ਕਰ ਸਕਣਗੇ। ਸੋ ਉਹ ਖਾਣੇ ਅਸੀਂ ਸਰਵ ਵੀ ਕਰਾਂਗੇ। ਇੱਕ ਕੰਪੋਨੈਂਟ ਹੋ ਗਿਆ ਸਿਖਾਉਣਾ, ਦੂਜਾ ਕੰਪੋਨੈਂਟ ਹੋ ਗਿਆ ਖਵਾਉਣਾ, ਅਤੇ ਤੀਜਾ ਕੰਪੋਨੈਂਟ ਹੋ ਗਿਆ ਸਿਖਾਉਣਾ ਥਿਓਰੈਟੀਕਲੀ ਕਲਾਸ, ਯਾਨੀ ਕਿ ਜਨਰਲ ਲੈਕਚਰ ਮਿਲਟਸ ਬਾਰੇ। ਸੋ 3 ਕੰਪੋਨੈਂਟ ਹੋਣਗੇ ਸਾਡੇ ਮਿਲਟ ਮੇਲੇ ਦੇ,
ਜਨਰਲ ਲੈਕਚਰਸ ਮਿਲਟਸ ਬਾਰੇ ਤੇ ਹੈਲਥ ਬਾਰੇ। ਦੂਸਰਾ ਹੋ ਗਿਆ ਕੁਕਿੰਗ, ਰੈਸਪੀਜ਼ ਦੀ ਕੁਕਿੰਗ, ਤੇ ਤੀਸਰਾ ਹੋ ਗਿਆ ਉਹਨਾਂ ਖਾਣਿਆਂ ਨੂੰ ਦਾ ਸਵਾਦ ਲੈਣਾ, ਆਨੰਦ ਲੈਣਾ। ਤੋ ਇਹ ਤਿੰਨੇ ਜਿਹੜੇ ਹੋਣਗੇ ਫੁੱਲ ਡੇ ਪ੍ਰੋਗਰਾਮ ਹੋਣਗੇ। ਇੱਕ ਦੋ ਥਾਵਾਂ 'ਤੇ ਹਾਫ ਡੇ ਪ੍ਰੋਗਰਾਮ ਨੇ, ਬਾਕੀ ਫੁੱਲ ਡੇ ਪ੍ਰੋਗਰਾਮ ਹੋਣਗੇ। ਫੁੱਲ ਡੇ ਪ੍ਰੋਗਰਾਮ ਜਿਹੜੇ ਜਿੱਥੇ ਕਿਤੇ ਵੀ ਹੈਗੇ ਆ ਉਹਦਾ ਬਹੁਤ ਹੀ ਮਤਲਬ ਆਨੰਦਮਈ ਪ੍ਰੋਗਰਾਮ ਨੇ। ਜਿਵੇਂ ਤੁਹਾਡਾ ਮੋਗਾ ਤੇ ਉਹਦੇ 'ਚ ਫੁੱਲ ਡੇ ਪ੍ਰੋਗਰਾਮ ਹੈ, ਜੈਤੋ 'ਚ ਫੁੱਲ ਡੇ ਹੈ। ਉਸ ਤੋਂ ਬਾਅਦ ਤੁਹਾਡਾ ਬਟਾਲੇ ਹੈ। ਫਿਰ 18 ਦਾ ਹੈਗਾ ਜੀ, 18 ਦਾ ਹੈਗਾ ਮੋਗਾ, 19 ਦਾ ਹੈਗਾ ਜੈਤੋ, 20 ਦਾ ਹੈਗਾ ਬਟਾਲੇ, 21 ਦਾ ਹੈਗਾ ਜਲੰਧਰ, 22 ਦਾ ਹੈਗਾ ਲੁਧਿਆਣੇ, 23 ਦਾ ਪਟਿਆਲਾ, 24 ਦਾ ਚੰਡੀਗੜ੍ਹ, 25 ਦਾ ਦਿੱਲੀ ਤੇ 26 ਦਾ ਗੁੜਗਾਉਂ। ਸੋ ਇਹ ਪ੍ਰੋਗਰਾਮ ਜਿਹੜੇ 9 ਪ੍ਰੋਗਰਾਮ ਨੇ, ਇਹ ਪ੍ਰੋਗਰਾਮ ਜਿਹੜੇ ਨੇ ਉਹ ਸਾਡੇ ਵੱਲੋਂ ਨਹੀਂ ਆਰਗੇਨਾਈਜ਼ ਕੀਤੇ ਗਏ, ਇਹ ਮੰਗ ਤੇ ਆਰਗੇਨਾਈਜ਼ ਕੀਤੇ ਗਏ ਹੈ। ਬਹੁਤ ਜ਼ਿਆਦਾ ਮੰਗ ਆ ਰਹੀ ਹੈ ਪੂਰੇ ਦੇ ਪੂਰੇ ਸਿਰਜਨ 'ਚੋਂ ਕਿ ਸਾਨੂੰ ਮਿਲਟ ਕੁਕਿੰਗ ਬਾਰੇ ਹੋਰ ਨੌਲੇਜ ਚਾਹੀਦਾ, ਹੋਰ ਚਾਹੀਦਾ। ਜਿਹੜੀ ਹੋਰ ਦੀ ਜਿਹੜੀ ਲਗਾਤਾਰ ਮੰਗ ਆ ਰਹੀ ਸੀ, ਉਹਦੀ ਰੈਸਪੀਜ਼ ਬਾਰੇ, ਉਹਦੇ ਹੋਰ ਬਾਕੀ ਖਾਣ ਦੇ ਤਰੀਕੇ, ਪਕਾਉਣ ਦੇ ਤਰੀਕੇ, ਬੀਜਣ ਦੇ ਤਰੀਕੇ, ਸਟੋਰ ਕਰਨ ਦੇ ਤਰੀਕੇ, ਸ਼ੈਲਿੰਗ ਦੇ ਤਰੀਕੇ। ਸ਼ੈਲਰ ਨਹੀਂ ਹੈ ਹੁਣ ਸਾਡੇ ਕੋਲ, ਪੰਜਾਬ ਸ਼ੈਲਰ ਲਵਾਏ ਅਸੀਂ 3, ਸ਼ੈਲਿੰਗ ਲੱਗ ਰਹੀ ਹੈ। ਭਵਾਨੀਗੜ੍ਹ ਕੋਲ ਲੱਗ ਗਿਆ, ਰਾਜਪੁਰੇ ਉੱਥੇ ਲੱਗ ਗਿਆ, ਬਟਾਲੇ ਲੱਗ ਗਿਆ, ਇੱਕ ਜੈਤੋ ਲੱਗ ਗਿਆ। ਤਿੰਨ ਸ਼ੈਲਰ ਜਿਹੜੇ ਨੇ ਇਫੈਕਟਿਵ ਹੋਣ ਜਾ ਰਹੇ ਆ, ਚੱਲਣ ਜਾ ਰਹੇ ਆ ਅਗਲੇ 1-2 ਮਹੀਨਿਆਂ ਦੇ ਵਿੱਚ। ਤਾਂ ਉਹ ਖੇਤੀ ਤੋਂ ਲੈ ਕੇ ਸਟੋਰ ਕਰਨ ਤੋਂ ਲੈ ਕੇ ਸਾਰਾ ਜਿਹੜਾ ਇਹਦੇ ਕਿਵੇਂ ਇਹਨਾਂ ਨੂੰ ਅੱਗੇ ਸੈੱਲ ਕਿਵੇਂ ਕਰਨਾ, ਮਾਰਕੀਟਿੰਗ ਤੋਂ ਲੈ ਕੇ ਖਾਣਾ ਕਿਵੇਂ ਫਿਰ ਉਹਨਾਂ ਨੂੰ ਉਹ ਭਾਂਤ ਤੇ ਕੁਕਿੰਗ ਜਿਹੜੀ ਰੈਸਪੀਜ਼ ਨੇ, ਜਿਹੜੀ ਮੇਘਨਾ ਸ਼ੁਕਲਾ ਜੀ ਆ ਰਹੇ ਆ ਅਤੇ ਉਹਨਾਂ ਦੀ ਟੀਮ ਆ ਰਹੀ ਹੈ, ਉਹ ਖਾਣਿਆਂ ਦੇ ਉੱਪਰ ਜ਼ਿਆਦਾ ਫੋਕਸ ਹੋਊਗੀ ਕਿ ਅਸੀਂ ਕਿੱਦਾਂ ਇਹਨਾਂ ਨੂੰ ਕੁਕਿੰਗ ਕਰੀਏ। ਕਿਉਂਕਿ ਲੋਕ ਜਿਹੜੇ ਨੇ ਬਹੁਤ ਵੈਰਾਈਟੀ ਭਾਲਦੇ ਆ। ਹੁਣ ਅਸੀਂ ਤਾਂ ਉਹਨਾਂ ਨੂੰ ਕਹਿੰਦੇ ਖਿਚੜੀ ਖਾ ਲਓ, ਪੁਲਾਓ ਖਾ ਲਓ, ਰੋਟੀ ਬਣਾ ਲਓ, 5-4 ਚੀਜ਼ਾਂ ਕਹਿੰਦੇ ਆ। ਕੀ ਕਹਿੰਦੇ ਸਾਨੂੰ ਪਾਸਤਾ ਦੱਸੋ, ਸਾਨੂੰ ਨੂਡਲ ਦੱਸੋ, ਸਾਨੂੰ ਮੈਕਰੋਨੀ ਦੱਸੋ, ਆਹ ਚੀਜ਼ਾਂ। ਬਿਲਕੁਲ ਜੀ, ਇਡਲੀ ਦੱਸੋ, ਡੋਸਾ ਦੱਸੋ, ਪਕੌੜੇ ਬਣਾਉਣੇ ਦਿਖਾਓ, ਪ੍ਰਸ਼ਾਦ ਸਿਖਾਓ, ਖੀਰ ਸਿਖਾਓ। ਹਰ ਭਾਂਤ ਦੀ ਡਿਮਾਂਡ ਹੈ, ਭਾਂਤ ਦੀ ਡਿਮਾਂਡ ਹੈ। ਸਾਰਾ ਕੁਝ ਬਣਾਵਾਂਗੇ ਔਰ ਅਸੀਂ ਹੈਲਦੀ ਢੰਗ ਨਾਲ ਬਣਾਉਣੇ ਸਿਖਾਵਾਂਗੇ। ਪਕੌੜੇ ਤੁਸੀਂ ਇਮੈਜਨ ਨਹੀਂ ਕਰ ਸਕਦੇ, ਪਕੌੜੇ ਵੀ ਬਹੁਤ ਹੈਲਦੀ ਢੰਗ ਨਾਲ ਬਣਾਏ ਜਾ ਸਕਦੇ ਆ। ਹਾਂ, ਜਿਹੜੇ ਕਿ ਮਨਾ ਕੀਤੇ ਜਾਂਦੇ ਆ ਵੀ ਨਾ ਖਾਓ। ਹਾਂ, ਨਹੀਂ, ਪਰ ਉਹਨੂੰ ਬਣਾਉਣ ਦਾ ਢੰਗ ਅਸੀਂ ਇੱਦਾਂ ਦਾ ਦੱਸਾਂਗੇ ਜਿਹਦੇ ਨਾਲ ਕਿ ਉਹਨਾਂ ਦੀ ਖੁਰਾਕੀ ਤੱਤ ਖਰਾਬ ਨਹੀਂ ਹੋਣਗੇ। ਡੋਸਾ ਬਹੁਤ ਵਧੀਆ ਬਣਦਾ, ਇਡਲੀ ਬਹੁਤ ਵਧੀਆ ਬਣਦੀ ਹੈ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਿਖਾਈਆਂ ਜਾਣਗੀਆਂ। ਜਿੱਦਾਂ ਦਾ ਕਿਸੇ ਨੂੰ ਸ਼ੌਕ ਹੈ, ਜਿੱਦਾਂ ਦਾ ਜਿਵੇਂ ਚੰਡੀਗੜ੍ਹ ਦੇ ਹੋਰ ਤਰ੍ਹਾਂ ਦੇ ਲੋਕ ਨੇ, ਫੂਡ ਹੈਬਿਟਸ ਹੋਰ ਤਰ੍ਹਾਂ ਦੀਆਂ ਨੇ, ਕਾਸਮੋਪੋਲੀਟਨ ਸਿਟੀਜ਼ ਨੇ, ਪਿੰਡਾਂ 'ਚ ਹੋਰ ਤਰ੍ਹਾਂ ਦੀਆਂ ਨੇ। ਪੰਜਾਬੀ ਤਾਂ ਪਰੌਂਠੇ ਹੀ ਖਾਂਦੇ ਨੇ। ਹਾਂ, ਸਾਡੇ ਹੁਣ ਗੁਰਦੁਆਰਾ ਸਾਹਿਬ ਤੋਂ ਆ ਰਹੀ ਹੈ ਬਹੁਤ ਜ਼ਿਆਦਾ ਮੰਗ ਕਿ ਕੋਧਰਾ, ਹਾਂ, ਕਿਉਂਕਿ ਕੋਧਰਾ ਬਾਬਾ ਜੀ ਨਾਲ ਜੁੜਿਆ ਹੋਇਆ, ਗੁਰੂ ਨਾਨਕ ਸਾਹਿਬ ਨਾਲ ਜੁੜਿਆ ਹੋਇਆ। ਤਾਂ ਉਹ ਕੋਧਰਾ ਜਿਹੜਾ ਹੈ ਬੜਾ ਇੱਕ ਸਾਡੇ ਮਨ 'ਚ ਉਹਦੇ ਪ੍ਰਤੀ ਸਤਿਕਾਰ ਹੈ। ਆਪਾਂ ਕਹਿ ਸਕਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਗੁਰਦੁਆਰਿਆਂ 'ਚ ਵਰਤੇਗਾ ਕੋਧਰੇ ਦਾ ਪ੍ਰਸ਼ਾਦ। ਜੀ ਸ਼ੁਰੂ ਹੋ ਗਿਆ ਆਲਰੇਡੀ, ਕੋਧਰੇ ਦੇ ਲੰਗਰ ਵੀ ਸ਼ੁਰੂ ਹੋ ਗਿਆ, ਕੋਧਰੇ ਦਾ ਪ੍ਰਸ਼ਾਦ ਬਣਨਾ ਸ਼ੁਰੂ ਹੋ ਗਿਆ ਹੋਇਆ ਹੈ। ਉਹ ਤਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਕੋਧਰੇ ਦੇ ਜਿਹੜੇ ਅਨਾਜ ਦੇ ਜਿਹੜਾ ਲੰਗਰ ਤੇ ਕੋਧਰੇ ਦਾ ਪ੍ਰਸ਼ਾਦ ਵਰਤਾਇਆ ਜਾਏ। ਬਿਲਕੁਲ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ। ਬਹੁਤ ਸ਼ੌਕ ਨਾਲ, ਬੜੀ ਸ਼ਰਧਾ ਨਾਲ ਲੋਕ ਕਰਦੇ ਆ। ਅਸੀਂ ਉੱਥੇ ਕਿਸਾਨ ਮੇਲੇ 'ਚ ਵੀ ਲੈ ਕੇ ਗਏ ਸੀ, ਇਹਦੇ ਕਿਸਾਨ ਮੋਰਚੇ। ਸ਼੍ਰੋਮਣੀ ਕਮੇਟੀ ਕਿਉਂ ਨਹੀਂ ਇਸ ਚੀਜ਼ ਦੇ ਲਈ ਤਿਆਰ ਹੁੰਦੀ? ਕਿਉਂ ਸ਼੍ਰੋਮਣੀ ਕਮੇਟੀ ਨੂੰ ਵੀ ਤਾਂ ਚਾਹੀਦਾ ਨਾ ਵੀ ਜੇ ਬਾਬੇ ਨਾਨਕ ਦੇ ਨਾਲ ਇਹ ਚੀਜ਼ਾਂ ਜੁੜੀਆਂ ਹੋਈਆਂ ਨੇ ਤਾਂ ਇਹ ਸ਼ੁਰੂਆਤ ਜੇ ਉਹ ਕਰ ਦੇਣ ਤੇ ਵੱਡਾ ਬਦਲਾਅ ਆ ਸਕਦਾ ਪੂਰਾ ਪੰਜਾਬ ਦੇ ਵਿੱਚ। ਨਹੀਂ, ਸ਼੍ਰੋਮਣੀ ਕਮੇਟੀ ਬਹੁਤ ਪੋਜ਼ਿਟਿਵ ਹੈ ਇਹਦੇ ਪ੍ਰਤੀ। ਸਾਡੀ ਗੱਲਬਾਤ ਹੋਈ ਉਹਨਾਂ ਨਾਲ, ਬਹੁਤ ਪੋਜ਼ਿਟਿਵ ਨੇ ਉਹ। ਪਰ ਅਜੇ ਤੱਕ ਅਵੇਲੇਬਿਲਿਟੀ ਨਾ ਹੋਣ ਕਰਕੇ, ਕੁਛ ਹੋਰ ਕਰਕੇ ਉਹ ਕਾਲ ਨਹੀਂ ਦੇਣੀ ਚਾਹੁੰਦੀ ਅਜੇ ਕੋਈ ਡਿਸਿਪਲਿਨ ਨਹੀਂ ਲਾਉਣਾ ਚਾਹੁੰਦੇ। ਉਹਨਾਂ ਨੇ ਬਹੁਤ ਸਾਰੀ ਚੀਜ਼ਾਂ ਦਾ ਡਿਸਿਪਲਿਨ ਲਾਇਆ, ਜਿਵੇਂ ਆਰਗੈਨਿਕ ਫਾਰਮਿੰਗ ਕਹਿਤੀ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਆਪਣੇ ਜਿਹੜੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈਗੀ ਉੱਥੇ ਜੈਵਿਕ ਖੇਤੀ ਕਰੋ ਬਿਨਾਂ ਰੇ ਸਪਰੇ ਦੇ। ਤੋ ਐਸੀ ਗੱਲ ਨਹੀਂ, SGPC ਬਹੁਤ ਕੋਆਪਰੇਟਿਵ ਹੈ ਅਤੇ ਇਹਦੇ ਬਾਰੇ ਵੀ ਜਿਹੜੇ ਕੋਧਰੇ ਦੇ ਲੰਗਰ ਅਤੇ ਕੋਧਰੇ ਦੇ ਪ੍ਰਸ਼ਾਦ ਬਾਰੇ ਵੀ ਬਹੁਤ ਕੋਆਪਰੇਟਿਵ ਹੈ। ਤਾਂ ਉਹ ਜਦੋਂ ਹੀ ਅਸੀਂ ਸਮਝਾਂਗੇ ਕਿ ਇਹ ਅਸੀਂ ਸਪਲਾਈ ਕਰ ਸਕਦੇ ਹਾਂ ਇੰਨਾ ਫਰੀਕੁਐਂਟਲੀ, ਸਾਡੇ ਆਪਣੇ ਪਿੰਡਾਂ 'ਚ ਹੋਣ ਲੱਗ ਗਿਆ। ਜਦੋਂ 2 ਸਾਲ ਤੋਂ ਅਸੀਂ ਕਰ ਰਹੇ ਹਾਂ ਤਾਂ ਸਾਡੇ ਆਪਣੇ ਪਿੰਡਾਂ 'ਚ ਵੀ ਹੋਣ ਲੱਗ ਗਿਆ। ਹੁਣੇ ਉਹ ਸ਼ੈਲਿੰਗ ਦੀ ਥੋੜ੍ਹੀ ਬਹੁਤੀ ਕਸਰ ਸੀਗੀ, ਉਹ ਵੀ ਪੂਰੀ ਹੋ ਜਾਣੀ ਹੈ। ਤਾਂ ਸ਼੍ਰੋਮਣੀ ਕਮੇਟੀ ਤਿਆਰੀ ਕਰ ਰਹੀ ਹੈ, ਮਤਲਬ ਇਹ ਕਹਿ ਸਕਦੇ ਹਾਂ ਆਪਾਂ? ਹਾਂ, ਨਹੀਂ, ਸ਼੍ਰੋਮਣੀ ਕਮੇਟੀ ਪੋਜ਼ੀਟਿਵ ਹੈ। ਸ਼੍ਰੋਮਣੀ ਕਮੇਟੀ ਤਿਆਰੀ ਕਰ ਰਹੀ ਜਾਂ ਨਹੀਂ ਕਰ ਰਹੀ ਬਾਰੇ ਮੈਨੂੰ ਕੋਈ ਗਿਆਨ ਨਹੀਂ ਹੈ, ਲੇਕਿਨ ਸ਼੍ਰੋਮਣੀ ਕਮੇਟੀ ਦਾ ਜਿੰਨੀ ਗੱਲ ਸਾਡੀ ਹੋਈ ਉਹਨਾਂ ਦੇ ਜਿਹੜੇ ਸਿੰਘ ਸਾਹਿਬਾਨ ਨੇ ਤਾਂ ਬਹੁਤ ਪੋਜ਼ੀਟਿਵ ਨੇ ਉਹ। ਸਾਡੀ ਬਹੁਤ ਹੀ ਹਾਈਐਸਟ ਲੈਵਲ 'ਤੇ ਵੀ ਗੱਲਬਾਤ ਹੋਈ ਹੈ ਔਰ ਬੜੇ ਅੱਛਾ ਉਹਨਾਂ ਦਾ ਰਿਸਪੌਂਸ ਹੈ, ਬੜੇ ਖੁਸ਼ ਨੇ ਉਹ। ਅਤੇ ਰਾਦਰ ਉਹ ਖੁਸ਼ ਇਸ ਕਰਕੇ ਵੀ ਨੇ ਕਿ ਇੱਕ ਤਾਂ ਸਿੱਖੀ ਨਾਲ ਜੁੜੀ ਹੋਈ ਗੱਲ ਹੈ ਕੋਧਰਾ,
ਬਾਬੇ ਸਾਹਿਬ ਬਾਬਾ ਗੁਰੂ ਨਾਨਕ ਦੇਵ ਜੀ ਨਾਲ ਜੁੜੀ ਹੋਈ ਗੱਲ ਹੈ। ਦੂਜੀ ਗੱਲ ਹੈ ਕਿ ਸਿਹਤ ਬਾਰੇ ਸਾਰੇ ਚਿੰਤਤ ਨੇ। ਗੱਲ ਇਹ ਨਾ ਜੇ ਸ਼੍ਰੋਮਣੀ ਕਮੇਟੀ ਇਹ ਪਹਿਲ ਕਰ ਦੇਵੇ, ਮੈਂ ਇੱਕ ਸੋਚ ਰਿਹਾ ਵੀ ਬਹੁਤ ਵੱਡਾ ਬਦਲਾਅ ਆ ਜਾਏਗਾ, ਕਿਉਂਕਿ ਪੂਰੇ ਹਿੰਦੁਸਤਾਨ ਕੀ ਵਰਲਡ ਓਵਰ ਦੇ ਵਿੱਚ ਗੁਰਦੁਆਰੇ ਨੇ, ਔਰ ਜੇ ਲੰਗਰ ਉਸ ਤਰ੍ਹਾਂ ਦਾ ਵਰਤਦਾ ਹੈ ਤਾਂ ਬੜੀ ਦੁਨੀਆ ਇਸ ਨੂੰ ਐਕਸੈਪਟ ਕਰੇਗੀ। ਔਰ ਜਦੋਂ ਇੱਕ ਵਾਰੀ ਟੇਸਟ ਮੂੰਹ ਨੂੰ ਲੱਗ ਗਿਆ ਤੇ ਮਤਲਬ ਹਲਕਾ ਹੋ ਗਿਆ ਤਾਂ ਬੜੀ ਵਧੀਆ ਜਿਹੜੀ ਮੈਸੇਜ ਜਾਏਗਾ ਉਸ ਚੀਜ਼ ਦਾ। ਹਾਂਜੀ, ਉਹ ਨਾਲੇ ਕੁਲਵੰਤ ਜੀ ਜਿਹੜਾ ਸਾਡਾ ਪੰਜਾਬ ਦਾ ਕਲਚਰ ਹੈ ਨਾ, ਪੰਜਾਬ ਦੇ ਕਲਚਰ ਦੇ ਵਿੱਚ ਸਾਡੇ ਬਾਰੇ ਨੋਨ ਹੈ ਕਿ ਇਹ ਪਹਿਲਾਂ ਕਿਸੇ ਗੱਲ ਨੂੰ ਔਖਾ ਲੈਂਦੇ ਆ, ਪਰ ਜਦੋਂ ਲੈਂਦੇ ਤਾਂ ਫਿਰ ਤੜਾ ਤੂਸ ਮਤਲਬ ਸਿਰੇ ਲਾ ਦਿੰਦੇ ਗੱਲ ਨੂੰ। ਹਾਂ, ਤਾਂ ਉਹ ਮੇਰੇ ਖਿਆਲ 'ਚ ਫੇਜ਼ ਆਉਣ ਵਾਲੀ ਹੈ ਮਿਲਟਸ ਦੇ ਮਾਮਲੇ 'ਚ ਤੇ ਜਿਹੜਾ ਹੈਲਥ ਦੀ ਮੂਵਮੈਂਟ ਆਪਾਂ ਚਲਾ ਰਹੇ ਹਾਂ ਉਸ ਮਾਮਲੇ 'ਚ ਇਹ ਗੱਲ ਜਿਹੜੀ ਹੈ ਇਸ ਲੈਵਲ 'ਤੇ ਪਹੁੰਚ ਚੁੱਕੀ ਹੁਣ, ਜਿਹਨੂੰ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਟੇਕ ਆਫ ਸਟੇਜ ਆ, ਕਿ ਜਹਾਜ਼ ਜਿਹੜਾ ਰਨਵੇ 'ਤੇ ਪੂਰੀ ਤੇਜ਼ੀ ਨਾਲ ਦੌੜ ਰਿਹਾ, ਬਸ ਉੱਡਣਾ ਹੀ ਰਹਿੰਦਾ, ਅਤੇ ਜਿੱਦਣ ਉੱਡ ਪਿਆ ਉੱਧਰ ਸਭ ਬਿਮਾਰੀਆਂ ਗਾਇਬ ਹੋ ਜਾਣਗੀਆਂ। ਅਤੇ ਮੈਨੂੰ ਲੱਗਦਾ ਬਹੁਤ ਛੇਤੀ ਇਹ ਜਹਾਜ਼ ਜਿਹੜਾ ਸਾਡੀ ਜਿਹੜੀ ਮੂਵਮੈਂਟ ਚਲਾਈ ਹੋਈ ਜਿਹਦੇ 'ਚ ਮਿਲਟ ਜਿਹਦਾ ਇੱਕ ਬਹੁਤ ਵੱਡਾ ਹਿੱਸਾ ਨੇ, ਤਾਂ ਇਹ ਟੇਕ ਆਫ ਕਰਨ ਜਾ ਰਿਹਾ। ਅਤੇ ਉਸ ਤੋਂ ਬਾਅਦ ਅਸੀਂ ਇੱਕ ਪੰਜਾਬ ਨੂੰ ਸਿਹਤਮੰਦ ਪੰਜਾਬ ਦੇ ਤੌਰ 'ਤੇ ਦੇਖਾਂਗੇ। ਔਰ ਮੈਨੂੰ ਤਾਂ ਆਸ ਹੈ, ਹਾਲਾਂਕਿ ਮੈਂ ਬਹੁਤ ਉਮਰ ਮੇਰੀ ਹੋ ਗਈ ਆ, ਮੈਨੂੰ ਪੂਰੀ ਆਸ ਹੈ ਕਿ ਮੈਂ ਆਪਣੇ ਜਿਉਂਦੇ ਜੀ ਇਹ ਮੂਵਮੈਂਟ ਦਾ ਜਿਹੜਾ ਨੂੰ ਜਵਾਨ ਹੁੰਦਿਆਂ ਦੇਖੂੰਗਾ। ਅਤੇ ਮੈਂ ਦੇਖੋ ਕਿਉਂਕਿ ਤੁਸੀਂ 100 ਸਾਲ ਦੀ ਤੁਸੀਂ ਗੱਲ ਕਰਦੇ ਹੋ ਹੋਰਾਂ ਨੂੰ ਕਰਨ ਲਈ, ਹਾਲੇ ਤੁਹਾਡੀ ਉਮਰ 72 ਸਾਲ ਹੈ ਅਤੇ ਤੁਹਾਡਾ ਜਿਹੜਾ 100 ਸਾਲ ਹਾਲੇ ਬੜੀ ਦੂਰ ਪਿਆ, ਅਤੇ ਉਹ ਇੰਨੀ ਚਿਰ ਤਾਂ ਤੁਸੀਂ ਬੜਾ ਵੱਡਾ ਬਦਲਾ ਲਿਆਓ। ਇਹ ਤਾਂ 10 ਸਾਲ 'ਚ ਹੀ ਸਾਰਾ ਕੁਝ ਹੋ ਜਾਣਾ ਇਹ। ਸੋ 10 ਸਾਲ 'ਚ ਮੈਨੂੰ ਉਮੀਦ ਹੈ ਕਿ ਜਿਹੜਾ ਇਹ ਮੂਵਮੈਂਟ ਜਿਹੜੀ ਹੈ ਪੰਜਾਬ 'ਚ ਪੂਰੀ ਜੋਬਨ 'ਤੇ ਆਏਗੀ। ਔਰ ਜੋਬਨ 'ਤੇ ਜਦੋਂ ਮੂਵਮੈਂਟ ਆਏਗੀ ਤਾਂ ਫਿਰ ਇਹਦਾ ਜੋ ਸਮਾਜ ਦੇ ਵਿੱਚ ਅਸਰ ਹੋਏਗਾ ਕੁਲਵੰਤ ਜੀ, ਉਹ ਬਹੁਤ ਹੀ ਕਮਾਲ ਦਾ ਹੋਏਗਾ, ਬਹੁਤ ਇੱਕ ਰੈਵੋਲੂਸ਼ਨ ਹੋਏਗੀ, ਕਿਉਂਕਿ ਇਹ ਖੇਤੀ 'ਚ ਵੀ ਆਏਗਾ, ਇਹ ਰੁਜ਼ਗਾਰ 'ਚ ਵੀ ਆਏਗਾ, ਸਾਡੇ ਸੱਭਿਆਚਾਰ 'ਚ ਵੀ ਆਏਗਾ, ਸਾਡੀ ਸੋਚ 'ਚ ਵੀ ਆਏਗਾ, ਸਾਡੇ ਅਸੀਂ ਕਿੱਥੇ ਬਿਮਾਰੀਆਂ ਵੱਲੋਂ ਧਿਆਨ ਹਟਾ ਕੇ ਆਪਣਾ ਧਿਆਨ ਫਿਰ ਹੋਰ ਪਾਸੇ ਲਾਵਾਂਗੇ, ਸਮਾਜ ਦੇ ਵਿਕਾਸ ਵੱਲ, ਬੱਚਿਆਂ ਦੇ ਵਿਕਾਸ ਵੱਲ, ਪੜ੍ਹਾਈ ਵੱਲ, ਜਿਹੜੇ ਖੇਤੀ ਵੱਲ, ਹੋਰ ਕਿੰਨੀਆਂ ਸਾਡੇ ਜਿਹੜੇ ਮਸਲੇ ਨੇ, ਪੰਜਾਬੀ ਬੋਲੀ ਦਾ ਹੈ ਵੱਲ, ਤਾਂ ਉਹ ਬਹੁਤ ਸਾਰੇ ਮਸਲੇ ਨੇ ਸਾਡੇ ਜਿਹੜੇ ਨੇ ਪੈਂਡਿੰਗ ਪਏ ਹੈ, ਕਿਉਂਕਿ ਅਸੀਂ ਸਾਨੂੰ ਤਾਂ ਬਿਮਾਰੀਆਂ ਨੇ ਉਲਝਾ ਰੱਖਿਆ, ਸਿਹਤ ਨੇ ਉਲਝਾ ਰੱਖਿਆ। ਤਾਂ ਉਹ ਜਿਹੜੇ ਸਿਹਤ ਦੇ ਮਸਲੇ ਨੇ, ਘਰ ਘਰ ਬਿਮਾਰੀ ਬੜੀ ਪਈ, ਹੁਣ ਘਰ ਘਰ ਬੇਰੁਜ਼ਗਾਰੀ ਬੜੀ ਪਈ ਹੈ। ਅਤੇ ਜਦੋਂ ਬੇਰੁਜ਼ਗਾਰੀ ਦੇ ਮਸਲੇ ਹੱਲ ਹੋਣ ਲੱਗ ਗਏ, ਬਿਮਾਰੀ ਦੇ ਮਸਲੇ ਹੱਲ ਹੋਣ ਲੱਗ ਗਏ, ਤਾਂ ਮੈਂ ਸਮਝਦਾ ਕਿ ਇਹ ਜਿਹੜਾ ਹੁਣ ਕਿਸਾਨਾਂ ਨੇ ਇੱਕ ਅੰਦੋਲਨ ਜਿੱਤ ਲਿਆ, ਤਾਂ ਕਿਸਾਨ ਜਿਹੜੇ ਮੁੜ ਕੇ ਆ ਰਹੇ ਆ, ਇਹ ਬਹੁਤ ਸਿਆਣੇ ਹੋ ਕੇ ਆ ਰਹੇ ਆ। ਹੁਣ ਇਹ ਮੂਵਮੈਂਟ ਮੈਨੂੰ ਲੱਗਦਾ ਹੋਰ ਵੀ ਤੇਜ਼ੀ ਪਕੜੇਗੀ, ਕਿਉਂਕਿ ਅਜੇ ਤੱਕ ਜਿਹੜਾ ਕਿਸਾਨਾਂ ਦਾ ਧਿਆਨ ਸੀਗਾ ਮੋਰਚੇ ਵੱਲ ਸੀਗਾ, ਅਤੇ ਹੁਣ ਜਦੋਂ ਮੋਰਚੇ ਤੋਂ ਵਿਹਲੇ ਹੋਏ ਕਿਸਾਨ ਪਿੰਡਾਂ 'ਚ ਮੁੜ ਕੇ ਆਏ, ਤਾਂ ਹੁਣ ਪੰਜਾਬ ਉਹ ਨਹੀਂ ਰਹੇਗਾ। ਪੰਜਾਬ ਇੱਕ ਨਵਾਂ ਪੰਜਾਬ ਹੋਏਗਾ, ਅਤੇ ਉਹ ਇੱਕ ਇਨਕਲਾਬੀ ਲੋਕ ਨੇ ਜਿਹੜੇ ਉੱਥੇ ਮੋਰਚੇ 'ਚ ਜਿਹੜੇ ਸਾਲ ਬੈਠ ਕੇ ਆਉਣਗੇ, ਤਾਂ ਕੁਲਵੰਤ ਜੀ ਉਹ ਬਦਲ ਚੁੱਕੇ ਪੰਜਾਬੀ ਨੇ ਹੁਣੇ ਸਿਆਸਤਦਾਨਾਂ ਨੂੰ ਭਾਜਣਾ ਪਾਉਣ ਵਾਲੇ ਨੇ ਆਉਣ ਵਾਲੇ ਟਾਈਮ ਦੇ ਵਿੱਚ। ਚਲੋ ਸਿਆਸਤਦਾਨਾਂ ਦੀਆਂ ਭਾਜਣਾ ਤੱਕ ਆਪਣੀ ਥਾਂ 'ਤੇ ਨੇ, ਲੇਕਿਨ ਇੱਕ ਸੋਸ਼ਲ ਬਦਲਾਅ ਜਿਹੜਾ ਤੇਜ਼ੀ ਨਾਲ ਆਏਗਾ ਹੁਣ ਪੰਜਾਬ ਦੇ ਅੰਦਰ। ਪੰਜਾਬ ਨੇ ਆਪਣਾ ਇੱਕ ਰਸਤਾ ਚੁਣ ਲਿਆ ਹੋਇਆ, ਪੰਜਾਬ ਨੇ ਆਪਣਾ ਇੱਕ ਰਸਤਾ ਚੁਣ ਲਿਆ ਹੋਇਆ ਕਿ ਸਰਕਾਰਾਂ ਕੁਝ ਕਰਨ ਨਾ ਕਰਨ, ਅਸੀਂ ਆਪਣੇ ਬਲਬੂਤੇ 'ਤੇ ਕਰਾਂਗੇ। ਤਾਂ ਉਹ ਜਿਹੜਾ ਰਸਤਾ ਹੈ ਬੜਾ ਕਮਾਲ ਦਾ ਰਸਤਾ ਹੈ। ਹੁਣ ਤੱਕ ਅਸੀਂ ਸਰਕਾਰਾਂ ਦੇ ਮੂੰਹ ਵੱਲ ਦੇਖੀ ਜਾਂਦੀ ਸੀ ਵੀ ਸਰਕਾਰਾਂ ਕਰਨ, ਹਰ ਗੱਲ ਸਰਕਾਰ ਤੋਂ ਮੰਗੋ, ਅਤੇ ਕਿਉਂ ਬਈ ਸਾਡੇ 'ਚ ਕੋਈ ਹੈ ਨਹੀਂ ਕੁਛ ਦਮਖਮ। ਤਾਂ ਉਹਨਾਂ ਨੇ ਦਿਖਾਤਾ ਵੀ ਆਪਣੇ ਦਮਖਮ 'ਤੇ ਕਿਵੇਂ ਸਰਕਾਰਾਂ ਨੂੰ ਵੀ ਫਿਰ ਅੱਗੇ ਲਾਈਦਾ। ਤਾਂ ਉਹ ਜਿਹੜਾ ਪੰਜਾਬ 'ਚ ਆਏਗਾ, ਤਾਂ ਪੰਜਾਬ 'ਚ ਇਕੱਲੇ ਪੰਜਾਬ 'ਚ ਨਹੀਂ ਆਏਗਾ, ਇਹ ਪੂਰਾ ਨਾਰਦਰਨ ਬੈਲਟ ਜਿਹੜੀ ਹੈ, ਪੂਰਾ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਨਾਲ ਜਿਹੜਾ ਪੱਛਮੀ ਯੂਪੀ ਹੈ ਪਰਟੀਕੁਲਰਲੀ, ਔਰ ਇਹ ਸਾਰੀਆਂ ਸੂਬੇ ਜਿਹੜੇ ਰਾਜਸਥਾਨ ਹੈ, ਇਹ ਸਾਰੇ ਤੇਜ਼ੀ ਦੇ ਨਾਲ ਬਦਲਾਅ ਵੱਲ ਬਣਨਗੇ। ਰਾਜਸਥਾਨ ਤੋਂ ਬਹੁਤ ਫੋਨ ਆਉਂਦੇ ਸਾਨੂੰ। ਤਾਂ ਇਸ ਕਰਕੇ ਇਹ ਰੀਜਨ ਹੈ ਜਿਹੜਾ ਥੋੜ੍ਹਾ ਜਿਹਾ ਦੱਖਣ ਭਾਰਤ ਤਾਂ ਪਹਿਲਾਂ ਹੀ ਇੱਧਰ ਪਿਆ ਹੋਇਆ। ਦੱਖਣ ਭਾਰਤ ਦੇ ਅੰਦਰ ਲੋਕ ਬਹੁਤ ਚੇਤਨ ਨੇ। ਆਪਾਂ ਕੇਰਲਾ ਦੀ ਉਦਾਹਰਨ ਲਈਏ, ਕਰਨਾਟਕਾ ਦੀ ਉਦਾਹਰਨ ਲਈਏ, ਤਾਂ ਉੱਧਰ ਤਾਂ ਲੋਕ ਬਹੁਤ ਸਾਡੇ ਨਾਲ ਬਹੁਤ ਐਡਵਾਂਸ ਨੇ। ਉਹਨਾਂ ਥਾਵਾਂ 'ਤੇ ਬਿਮਾਰੀਆਂ ਦਾ ਇੰਨਾ ਪ੍ਰਕੋਪ ਵੀ ਨਹੀਂ ਹੈ। ਤਾਂ ਇਹ ਖਿੱਤਾ ਹੈ ਪਰਟੀਕੂਲਰਲੀ ਪੰਜਾਬ ਦਾ, ਜੋ ਉਹਦਾ ਐਪੀ ਸੈਂਟਰ ਪੰਜਾਬ ਹੈ ਜਿਹੜਾ ਬਿਮਾਰੀਆਂ ਦਾ ਅਤੇ ਭਿਆਨਕ ਬਿਮਾਰੀਆਂ ਦਾ। ਤਾਂ ਉਹ ਮੈਂ ਸਮਝਦਾ ਕਿ ਆਉਣ ਵਾਲਾ ਜਿਹੜਾ ਦਹਾਕਾ ਸਾਡੇ ਲਈ ਬਹੁਤ ਖੁਸ਼ਨੁਮਾ ਹੋਣ ਜਾ ਰਿਹਾ। ਅਤੇ ਇਹ ਜਿਹੜੀ ਮੂਵਮੈਂਟ ਅਸੀਂ ਚਲਾ ਰਹੇ ਹਾਂ, ਜਿਹਦਾ ਮਿਲਟਸ ਜਿਹਦੇ ਵਿੱਚ ਕੇਂਦਰੀ ਮੁੱਦਾ, ਤਾਂ ਉਹਦੇ 'ਚ ਉਸੇ ਲੜੀ 'ਚ ਆਪਾਂ ਨੇ ਜਿਹੜੇ ਮੇਘਨਾ ਸ਼ੁਕਲਾ ਜੀ ਦੇ ਪ੍ਰੋਗਰਾਮ ਹੋਣੇ ਆ। ਅਤੇ ਅਸੀਂ ਸਾਰਿਆਂ ਨੂੰ ਇਸ ਗੱਲ ਦਾ ਸੱਦਾ ਵੀ ਦਿੰਦੇ ਹਾਂ ਕਿ ਲੋਕ ਇਹਦੇ 'ਚ ਵੱਧ ਤੋਂ ਵੱਧ ਆਉਣ, ਸ਼ਾਮਿਲ ਹੋਣ, ਸਿੱਖਣ ਆਪਾਂ ਆਪਣੇ ਸ਼ਹਿਰ, ਕਿਉਂਕਿ ਬਹੁਤ ਜ਼ਿਆਦਾ ਪ੍ਰੋਗਰਾਮ ਨੇ ਮੇਰੇ ਖਿਆਲ ਸਾਰਾ ਪੰਜਾਬ ਨੂੰ ਕਿਤੇ ਨਾ ਕਿਤੇ ਕਵਰ ਕਰਦੇ ਆ। ਕੋਈ ਬਟਾਲੇ 'ਚ ਦੇਖੋ, ਬਟਾਲਾ ਸਾਰਾ, ਮਾਝਾ ਸਾਰਾ ਬਟਾਲੇ 'ਚ ਆ ਸਕਦਾ, ਮਾਲਵਾ, ਹਾਂ ਬਿਲਕੁਲ, ਜਲੰਧਰ ਬੈਠਾ ਹੈ, ਦੁਆਬੇ ਵਾਸਤੇ ਜਲੰਧਰ ਹੈ, ਲੁਧਿਆਣਾ ਕੇਂਦਰ 'ਚ ਹੋਗਾ, ਸਾਰੇ ਪੰਜਾਬ ਤੋਂ ਲੋਕ ਜਾ ਸਕਦੇ ਨੇ। ਪਟਿਆਲੇ ਪੂਰੇ ਦਾ ਪੂਰਾ ਮਾਲਵਾ, ਪਟਿਆਲਾ ਹੈ, ਜੈਤੋ ਹੈ, ਠੀਕ ਹੈ, ਫਿਰ ਚੰਡੀਗੜ੍ਹ ਫਿਰ ਹੋਣਾ ਹੈ। ਤਾਂ ਇੱਦਾਂ ਪ੍ਰੋਗਰਾਮ ਅਸੀਂ ਪਲਾਨ ਕੀਤੇ ਹੈ ਕਿ ਪੰਜਾਬ ਦਾ ਕੋਈ ਕੋਨਾ ਸੀ ਜਿਹੜਾ ਕੋਈ ਜਿੱਥੋਂ ਵੀ ਕਿਤੋਂ ਕੋਈ ਜਿਹੜਾ ਕੋਈ ਬੰਦਾ ਥੋੜ੍ਹਾ ਬਹੁਤਾ ਦਿਲਚਸਪੀ ਰੱਖਦਾ ਹੈ ਵੀ ਉਹਨੂੰ ਕੋਈ ਦਿੱਕਤ ਨਾ ਹੋਵੇ, ਅਤੇ ਉਹ ਆ ਕੇ ਬੜੇ ਆਰਾਮ ਦੇ ਨਾਲ ਫੁੱਲ ਡੇ ਪ੍ਰੋਗਰਾਮ ਅਟੈਂਡ ਕਰਕੇ ਆਪਣੇ ਘਰ ਰਾਤ ਨੂੰ ਮੁੜ ਸਕੇ। ਇੱਕ ਚੀਜ਼ ਦੱਸੋ, ਇਹਦੇ ਕੋਈ ਟਿਕਟ ਵੀ ਲੱਗੇਗੀ, ਪੈਸੇ ਵੀ ਲੈਣਗੇ? ਨਹੀਂ, ਕੋਈ ਇਹਦਾ ਜਿਹੜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਨੋਮੀਨਲ ਜੀ ਕੋਈ ਫੀਸ ਰੱਖੀਏ, ਕਿਉਂਕਿ ਖੇਤੀ ਵਾਸਤੇ ਮੇਰੇ ਕੋਲ ਆਪਣੀ ਕੋਈ ਫੰਡਿੰਗ ਨਹੀਂ ਹੈਗੀ।
ਖੇਤੀ ਵਿਰਾਸਤ ਮਿਸ਼ਨ ਜਿਹੜੀ ਹੈ ਉਹ ਬੇਸਿਕਲੀ ਲੋਕਾਂ ਦੇ ਫੰਡਾਂ ਤੇ ਚੱਲਦੀ ਹੈ, ਆਪਣੀ ਕੰਟਰੀਬਿਊਸ਼ਨ ਤੇ ਚੱਲਦੀ ਹੈ। ਅਸੀਂ ਤਾਂ ਠੂਠਾ ਅੱਗੇ ਕਰ ਦਿੰਦੇ ਹਾਂ, ਝੋਲੀ ਅੱਡ ਦਿੰਦੇ ਹਾਂ ਵੀ ਸਾਡੀ ਝੋਲੀ 'ਚ ਖੈਰ ਪਾ ਦਿਓ, ਤਾਂ ਉਹਦੇ ਸਿਰ 'ਤੇ ਚੱਲਦੀ ਹੈ। ਪਹਿਲਾਂ ਵੀ ਖੇਤੀ ਵਿਰਾਸਤ ਮਿਸ਼ਨ, ਹੁਣ ਖੇਤੀ ਵਿਰਾਸਤ ਮਿਸ਼ਨ ਨੇ ਪਿਛਲੇ ਸਮੇਂ 'ਚ ਕੁਛ ਜਿਹੜੇ ਨੇ ਸਟੈਂਡ ਲਏ ਆ, ਜਿਹੜੇ ਵੈਕਸੀਨੇਸ਼ਨ ਦੇ ਮਾਮਲੇ 'ਚ ਲਿੱਤਾ ਹੈ, ਜਾਂ ਜਿਹੜਾ ਇਹਦੇ ਕਰੋਨਾ ਦੇ ਮਾਮਲੇ 'ਚ ਕੁਛ ਬੋਲੇ ਸੀਗੇ, ਉਹ ਵੀ ਕਰੋਨਾ ਜਿਹੜਾ ਹੈ ਇਹ ਠੀਕ ਨਹੀਂ ਹੈ, ਪੈਂਡੈਮਿਕ ਹੈ, ਤਾਂ ਉਹ ਉਸ ਕਰਕੇ ਜਿਹੜੀ ਮਾੜੀ ਮੋਟੀ ਫੰਡਿੰਗ ਸੀਗੀ ਉਹ ਵੀ ਬੰਦ ਹੋ ਗਈ ਹੈ। ਤਾਂ ਇਸ ਕਰਕੇ ਹੁਣ ਤਾਂ ਬਿਲਕੁਲ ਹੀ ਸਾਡਾ ਦਾਰੋਮਦਾਰ ਜਿਹੜਾ ਖੇਤੀ ਵਿਰਾਸਤ ਮਿਸ਼ਨ ਦਾ ਉਹ ਸਾਡੀ ਝੋਲੀ 'ਤੇ ਆ। ਜਿਹੜੀ ਸਾਡੀ ਝੋਲੀ 'ਚ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਏ ਆ ਉਹ ਜਿੰਨਾ ਕੁ ਸਾਨੂੰ ਲੋੜ ਹੁੰਦੀ ਉਹ ਪੈ ਜਾਂਦਾ। ਅਤੇ ਖੁਸ਼ਕਿਸਮਤੀ ਸਾਡੀ ਇਹ ਹੈ ਕਿ ਸਾਡਾ ਪ੍ਰੋਗਰਾਮ ਕੋਈ ਰੁਕਦਾ ਨਹੀਂ ਹੈ। ਹੁਣ ਐਡੇ ਵੱਡੇ ਪ੍ਰੋਗਰਾਮ ਕਰਨੇ ਅਸੀਂ, ਸਾਡੇ ਕੋਲ ਕੋਈ ਬਜਟ ਨਹੀਂ ਹੈ, ਅਸੀਂ ਲਾਈਨ ਕਰਨੇ ਆ, ਲੋਕਾਂ ਦੇ ਸਿਰ 'ਤੇ ਕਰਨੇ ਆ। ਤਾਂ ਉਹਦੇ ਲਈ ਅਸੀਂ ਜਿਹੜਾ ਟ੍ਰੇਨਿੰਗ ਲੈਣ ਵਾਲੇ ਨੇ ਉਹਨਾਂ 'ਤੇ ਕੋਈ ਨੋਮੀਨਲ ਜੀ ਫੀਸ ਰੱਖਾਂਗੇ। ਨਾ ਉਹਦੇ ਵਾਸਤੇ ਕੋਈ ਨਹੀਂ ਹੈ। ਜਿਹੜਾ ਖਾਣਗੇ ਉਹਦੇ ਵੀ ਕੋਈ ਚਾਰਜਸ ਹੋਣਗੇ ਬੜੇ ਨੇ, ਉਹ ਵੀ ਨੋਮੀਨਲ ਜੀ ਹੋਣਗੇ, ਪਲੇਟਾਂ ਦੇ ਹਿਸਾਬ ਨਾਲ ਜਾਂ ਖਾਣਿਆਂ ਦੇ ਹਿਸਾਬ ਨਾਲ। ਅਤੇ ਜਿਹੜੇ ਟ੍ਰੇਨਿੰਗ ਵਾਲੇ ਹੋਣਗੇ, ਬਾਕੀ ਜਿਹੜੇ ਲੈਕਚਰ ਹੋਣਗੇ ਉਹ ਫ੍ਰੀ ਹੋਣਗੇ। ਜੋ ਕਿਸੇ ਨੇ ਸੁਣਨਾ ਆ ਕੇ ਲੈਕਚਰ ਸੁਣਨੇ ਆ ਤਾਂ ਲੈਕਚਰ ਜੀ ਆਇਆਂ ਨੂੰ ਸਾਰੇ ਆਉਣ। ਜਿਹਨੇ ਟ੍ਰੇਨਿੰਗ 'ਚ ਪਾਰਟੀਸਪੇਟ ਕਰਨਾ ਉਹਦੀ ਕੋਈ 200-300 ਰੁਪਇਆ ਨੋਮੀਨਲ ਜੀ ਫੀਸ ਹੋਏਗੀ, ਅਤੇ ਖਾਣੇ ਵੀ ਇੱਦਾਂ ਹੀ ਬਹੁਤ ਨੋਮੀਨਲ ਜਿਹੇ ਰੇਟ 'ਤੇ ਹੋਣਗੇ। ਤਾਂ ਉਹਦੇ 'ਚੋਂ ਸਾਡੇ ਖਰਚੇ ਨਿਕਲ ਜਾਣੇ। ਬਾਕੀ ਦਾਨ ਦੇਣ ਵਾਲੇ ਵੀ ਹੁੰਦੇ ਆ, ਦਾਨ ਦੇਣ ਵਾਲੇ ਦਾਨ ਦੇ ਜਾਣਗੇ, ਤਾਂ ਸਾਡੇ ਖਰਚੇ ਨਿਕਲ ਜਾਂਦੇ ਆ ਇਹਦੇ 'ਚ। ਉਹ ਸਾਨੂੰ ਕਦੀ ਖਰਚਿਆਂ ਦੀ ਦਿੱਕਤ ਨਹੀਂ, ਇੱਦਾਂ ਖੰਭ ਨਹੀਂ ਖੜਿਆ ਕਦੀ ਸਾਡਾ। ਹਰ ਚੀਜ਼ ਦੀ ਪਛਾਣ ਕਰਨੀ ਵੀ ਦੱਸੀ ਜਾਏਗੀ ਉੱਥੇ, ਵੀ ਕਿਹੜੀ ਚੀਜ਼ ਨੂੰ ਜੇ ਤੁਸੀਂ ਲੈਣਾ ਹੈ ਤਾਂ ਕਿਹੜੇ ਢੰਗ ਨਾਲ ਲੈਣਾ, ਕਿਉਂਕਿ ਖਾਣ ਦੀ ਗੱਲ ਚੱਲ ਰਹੀ ਹੈ। ਬਿਲਕੁਲ ਪਛਾਣ ਹੀ ਨਹੀਂ ਇਕੱਲੀ ਉਹਦੇ ਖੇਤੀ ਕਰਨ ਦੀ ਵੀ ਗੱਲ ਹੋਏਗੀ, ਉਹ 'ਚ ਇਹਨਾਂ ਅਨਾਜਾਂ ਨੂੰ ਸਟੋਰ ਕਰਨ ਦੀ ਵੀ ਗੱਲ ਹੋਏਗੀ, ਉਹ ਸ਼ੈਲਿੰਗ ਦੀ ਗੱਲ ਵੀ ਹੋਏਗੀ, ਉਹਦੇ ਅੰਦਰ ਤੁਹਾਡਾ ਜਿਹੜਾ ਕਿੱਦਾਂ ਦੀ ਕੁਕਿੰਗ ਕਰਨੀ ਹੈ ਉਹਦੀ ਗੱਲ ਵੀ ਹੋਏਗੀ, ਉਹਦੀ ਮਾਰਕੀਟਿੰਗ ਦੀ ਗੱਲ ਵੀ ਹੋਏਗੀ। ਸਭ ਗੱਲਾਂ ਹੋਣਗੀਆਂ ਜਿਹੜੀ ਜਿੱਦਾਂ ਦਾ ਵੀ ਕਿਸੇ ਦਾ ਇੰਟਰਸਟ ਹੈਗਾ। ਕਿਉਂਕਿ ਕਰੋਨਾ ਤੋਂ ਬਾਅਦ ਬੇਰੁਜ਼ਗਾਰੀ ਇੰਨੀ ਵਧੀ ਹੈ, ਜਿਹੜੇ ਕੁਛ ਧੰਦੇ ਤਾਂ ਬਿਲਕੁਲ ਫੇਲ ਹੀ ਹੋ ਗਏ ਆ, ਫਲੋਪ ਹੀ ਹੋ ਗਏ ਆ। ਤਾਂ ਉਹ ਲੋਕ ਜਿਹੜੇ ਹੁਣ ਆਲਟਰਨੇਟ ਬਦਲ ਲੱਭ ਰਹੇ ਆ। ਲੋਕਾਂ ਕੋਲ ਥੋੜ੍ਹਾ ਬਹੁਤਾ ਧਨ ਹੈਗਾ ਜੇ ਇਨਵੈਸਟਮੈਂਟ ਕਰਨ ਨੂੰ ਕਿ ਉਹ ਹੋਰ ਧੰਦੇ, ਲੇਕਿਨ ਉਹ ਰੁਜ਼ਗਾਰ ਨਹੀਂ ਹੈ। ਤਾਂ ਅਸੀਂ ਉਹਨਾਂ ਨੂੰ ਇਹ ਵੀ ਸੱਦਾ ਦਿੰਦੇ ਹਾਂ ਕਿ ਤੁਸੀਂ ਆਓ, ਨਵੇਂ ਰੁਜ਼ਗਾਰ ਪੈਦਾ ਹੋਣਗੇ ਇਹਦੇ 'ਚ, ਨਵੇਂ ਟ੍ਰੇਡਿੰਗ ਹੋਏਗੀ, ਨਵੇਂ ਛੋਟੇ ਜਿਹੜੇ ਮਿਹਨਤਕਸ਼ ਲੋਕ ਨੇ ਉਹਨਾਂ ਵਾਸਤੇ ਬਹੁਤ ਗੋਲਡਨ ਅਪਰਚੁਨਿਟੀ ਹੋਏਗੀ ਇਹ ਸਾਰੀ ਮੂਵਮੈਂਟ 'ਚ। ਜਿੰਨੀ ਅਸੀਂ ਹੈਲਥ ਦੀ ਮੂਵਮੈਂਟ ਚਲਾ ਰਹੇ ਹਾਂ ਉਹਦੇ ਅੰਦਰ ਬਹੁਤ ਹੀ ਸੁਨਹਿਰੀ ਮੌਕਾ ਹੈ ਕਿ ਨਿੱਕੇ ਕੰਮ ਤੁਹਾਨੂੰ ਮਿਲਣਗੇ। ਕੋਈ ਸਬਜ਼ੀਆਂ ਔਰਗੈਨਿਕ ਲਿਆ ਕੇ ਦੇ ਰਿਹਾ ਹੈ, ਕੋਈ ਕੋਦਰਾ ਦਾ ਆਟਾ ਵੇਚ ਰਿਹਾ ਹੈ, ਕੋਈ ਮਿਲਟਸ ਵੇਚ ਰਿਹਾ ਹੈ, ਕੋਈ ਮਿਲਟਸ ਬੀਜ ਰਿਹਾ ਹੈ, ਕੋਈ ਮਿਲਟ ਦੀ ਸ਼ੈਲਿੰਗ 'ਚ ਲੱਗਿਆ ਹੋਇਆ ਹੈ। ਤਾਂ ਉਹਦੇ 'ਚ ਜਿੱਦਾਂ ਦਾ ਕਿਸੇ ਦਾ ਇੰਟਰਸਟ ਹੈ ਉਹ ਸਾਰਿਆਂ ਲਈ ਕਾਫੀ ਦਿਲਚਸਪ ਹੋਏਗਾ। ਮਤਲਬ ਉੱਥੇ ਆ ਕੇ ਉਹ ਇੱਕ ਛੋਟਾ ਜਿਹਾ ਬਾਜ਼ਾਰ ਵੀ ਲੱਗੇਗਾ ਜੋ ਆਪਣਾ ਉਹ ਕਰਨਾ ਚਾਹੋ, ਸਭ ਕੁਝ ਹੋਏਗਾ ਉਹਦੇ 'ਚ। ਹਰ ਕਿਸਮ ਦੀ ਗਾਈਡੈਂਸ ਵੀ ਹੋਏਗੀ ਨਾ, ਕਿਉਂਕਿ ਸਾਰੇ ਬੰਦੇ ਹੋਣਗੇ ਜਿਹੜੇ ਵੈਲ ਇਨਫੋਰਮਡ ਹੋਣਗੇ ਆਪਣੇ ਫੀਲਡ ਦੇ। ਜਿਹੜਾ ਉੱਥੇ ਕੋਈ ਖਰੀਦਣਾ ਚਾਹ ਰਿਹਾ ਸਮਾਨ ਤੇ ਉਹਨਾਂ ਨੂੰ ਉਹਦੇ ਆਰਗੈਨਿਕ ਚੀਜ਼ਾਂ ਵੀ ਮਿਲਣਗੀਆਂ। ਬਿਲਕੁਲ ਸਾਰੀ ਉੱਥੇ ਨਾਲ ਜਿਹੜੀ ਹੈ ਉਹ ਲੱਗਣਗੇ ਮੰਡੀ ਟਾਈਪ ਵੀ ਹੋਣਗੇ, ਤਾਂ ਕਿ ਉਹ ਚੀਜ਼ ਅਵੇਲੇਬਲ ਵੀ ਰਹੇਗੀ। ਤੁਸੀਂ ਖਰੀਦ ਵੀ ਸਕਦੇ ਹੋ, ਸਿੱਖ ਵੀ ਸਕਦੇ ਹੋ। ਤੁਸੀਂ ਖੇਤੀ ਜਿਹਨੇ ਕਰਨੀ ਉਹ ਖੇਤੀ ਵਾਲੇ ਨਾਲ ਗੱਲ ਕਰ ਲਏਗਾ, ਜਿਹਨੇ ਕੋਈ ਟ੍ਰੇਡਿੰਗ ਕਰਨੀ ਉਹ ਟ੍ਰੇਡਿੰਗ ਵਾਲੇ ਨਾਲ ਸਾਡਾ ਐਕਸਪਰਟ ਹੈਗੇ ਉਹ ਨਾਲ ਗੱਲ ਕਰ ਲੈਣਗੇ। ਸਾਡੇ ਕੋਲ ਤਜਰਬੇਕਾਰ ਬੰਦੇ ਨੇ ਜਿਹੜੇ ਟ੍ਰੇਡਿੰਗ ਮੇਲਾ, ਇਹ ਸਾਰੇ ਮੇਲੇ ਹੋਣਗੇ ਜੀ। ਹਰ ਕਿਸਮ ਦੀ ਇਨਫੋਰਮੇਸ਼ਨ ਤੁਹਾਨੂੰ ਮਿਲੇਗੀ, ਹਰ ਕਿਸਮ ਦੀ ਇਨਫੋਰਮੇਸ਼ਨ ਮਿਲੇਗੀ ਤੁਹਾਨੂੰ। ਉਹ ਚੀਜ਼ ਛੋਟੇ ਮੋਟੇ ਜਿਹੜੇ ਇੰਪਲੀਮੈਂਟਸ ਨੇ ਖੇਤੀ ਦੇ ਉਹ ਵੀ ਸ਼ਾਇਦ ਲੋਕ ਲੈ ਕੇ ਆਉਣਗੇ। ਜਿਹੜੇ ਇਹਦੇ 'ਚ ਛੋਟੇ ਖੇਤਾਂ 'ਚ ਬੀਜਣਾ ਸੀ ਤਾਂ ਛੋਟੇ ਔਜ਼ਾਰ ਚਾਹੀਦੇ ਆ, ਜਿਵੇਂ ਹੱਥ ਨਾਲ ਕਿਵੇਂ ਹੱਥ ਵਾਲੇ ਟਰੈਕਟਰ ਆ ਗਏ, ਹੱਥ ਵਾਲੇ ਅੱਜ ਕੱਲ੍ਹ ਆ ਗਏ, ਹੱਥ ਵਾਲੇ ਗੋਡੀ ਵੰਡਣ ਵਾਲੀ ਨਿੱਕੀ ਮਸ਼ੀਨਾਂ ਆ ਗਈਆਂ ਨੇ, ਉਹ ਵੀ ਸ਼ਾਇਦ ਹੋਣਗੀਆਂ ਉੱਥੇ। ਕੋਈ ਜਿਹੜੇ ਡੀਲਰ ਆਉਣਗੇ ਉਹਨਾਂ ਦੇ ਇੱਦਾਂ। ਤਾਂ ਉਹ ਇਸ ਕਰਕੇ ਮੇਰੇ ਖਿਆਲ ਕਾਫੀ ਕੁਝ ਸਿੱਖਣ ਨੂੰ ਵੀ ਹੋਏਗਾ ਔਰ ਉਹਦੇ 'ਚੋਂ ਸਿੱਖ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਨ ਵਾਲਾ ਵੀ ਹੋਏਗਾ। ਸੋ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਹ ਸਾਰੇ ਗਰੁੱਪਾਂ 'ਚ ਪਾ ਰਹੇ ਅਸੀਂ ਇਹਦੀਆਂ ਡੇਟਾਂ, ਆਪੋ ਆਪਣੇ ਸ਼ਹਿਰ ਦੇ ਨੇੜੇ, ਆਪੋ ਆਪਣੇ ਘਰ ਦੇ ਨੇੜੇ, ਆਪੋ ਆਪਣੇ ਪਿੰਡ ਦੇ ਨੇੜੇ, ਜਿੱਥੇ ਵੀ ਕਿਤੇ ਤੁਹਾਡਾ ਪ੍ਰੋਗਰਾਮ ਹੈਗਾ, 1 ਜਾਂ 2 ਪ੍ਰੋਗਰਾਮ ਜ਼ਰੂਰ ਅਟੈਂਡ ਕਰੋ। ਅਤੇ ਉਹਦਾ ਜਿਹੜਾ ਸਾਡੇ ਇਕੱਲਾ ਸਾਨੂੰ ਵਿਅਕਤੀਗਤ ਲਾਭ ਨਹੀਂ ਹੋਣਾ, ਸਾਡੇ ਪਰਿਵਾਰ ਨੂੰ ਵੀ ਲਾਭ ਹੋਣਾ। ਸਿਹਤ ਦੇ ਸ਼ਕਲ ਤੋਂ ਵੀ, ਖੇਤੀ ਦੇ ਸ਼ਕਲ ਤੋਂ ਵੀ, ਵਾਤਾਵਰਨ ਦੇ ਸ਼ਕਲ ਤੋਂ ਵੀ, ਸਮਝ ਦੇ ਸ਼ਕਲ ਉਹਦੇ 'ਚ ਵੀ। ਤਾਂ ਹਰ ਪੱਖ ਤੋਂ ਕੁਛ ਨਾ ਕੁਛ ਅਸੀਂ ਅਮੀਰੀ ਵੱਲ ਵਧਾਂਗੇ। ਤਾਂ ਇਹ ਸਾਡਾ ਜਿਹੜਾ 8 ਦਿਨ ਦਾ ਪ੍ਰੋਗਰਾਮ ਬਣਾਇਆ ਮੇਘਨਾ ਜੀ ਦਾ, ਇਹ ਅਸੀਂ ਉੱਦਾਂ ਬਣਾਇਆ ਉਸ ਹਿਸਾਬ ਨਾਲ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਕਿਆ ਕਮਾਲ ਦੀ ਜਾਣਕਾਰੀ ਦਿੱਤੀ ਹੈ। ਔਰ ਮੇਰੇ ਮਨ ਦੇ ਵਿੱਚ ਇੱਕ ਬੜੀ ਖੁਸ਼ੀ ਵਾਲੀ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਤੁਸੀਂ ਇੱਕ ਵੱਡਾ ਐਫਰਟ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਸਮਝਾਉਣ ਦੀ ਗੱਲ ਕੀਤੀ ਹੈ ਕਿ ਤੁਸੀਂ ਇਹ ਬਾਬੇ ਨਾਨਕ ਦੇ ਨਾਲ ਜਿਹੜਾ ਇੱਕ ਅਨਾਜ ਜੁੜਿਆ ਹੋਇਆ, ਇਸ ਨੂੰ ਅਗਰ ਸਹੀ ਢੰਗ ਦੇ ਨਾਲ ਪਬਲਿਕ ਤੱਕ ਪਹੁੰਚਾਵਾਂਗੇ, ਬਿਮਾਰੀਆਂ ਤੋਂ ਵੀ ਮੁਕਤ ਹੋਏਗਾ ਸਮਾਜ। ਅਤੇ ਇੱਕ ਉਹਦੇ ਨਾਲ ਜਿਹੜਾ ਆਪਣਾ ਰਿਲੀਜਨ ਧਰਮ ਦੇ ਨਾਲ ਜਿਹੜੀ ਚੀਜ਼ ਜੁੜੀ ਹੋਈ ਹੈ, ਉਸ ਨੂੰ ਆਪਾਂ ਲੰਗਰ ਦੇ ਰੂਪ ਦੇ ਉੱਤੇ ਪ੍ਰਸ਼ਾਦ ਦੇ ਰੂਪ 'ਚ ਦਿਆਂਗੇ ਅਤੇ ਇੱਕ ਵੱਖਰਾ ਸੁਨੇਹਾ ਜਾਏਗਾ ਅਤੇ ਘਰ ਇਹ ਚੀਜ਼ਾਂ ਜਿਹੜੀਆਂ ਉਹ ਪਨਪਣਗੀਆਂ, ਘਰ ਚੀਜ਼ਾਂ ਜਿਹੜੀਆਂ ਨੇ ਲੋਕ ਯੂਜ਼ ਕਰਨਗੇ।
ਬਹੁਤ ਧੰਨਵਾਦ। ਧੰਨਵਾਦ ਜੀ ਬਹੁਤ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 9 ਦਿਨ ਦਾ ਇੱਕ ਫੂਡ ਮੇਲਾ ਮੇਘਨਾ ਜੀ ਜਿਹੜੇ ਹਿੰਦੁਸਤਾਨ ਦੇ ਸਭ ਤੋਂ ਵੱਡੇ ਸ਼ੈਫ, ਜਿਵੇਂ ਕਹਾਂ ਕੁੱਕ ਕਹਿ ਸਕਦੇ ਹਾਂ ਆਪਾਂ, ਮਿਲਟਸ ਨੂੰ ਬਣਾਉਣ ਦੀਆਂ ਰੈਸਿਪੀਜ਼, ਜਿਨ੍ਹਾਂ ਨੂੰ ਮਿਲਟਸ ਨੂੰ ਬਣਾਉਣ ਦੇ ਪਕਵਾਨ, ਜਿਨ੍ਹਾਂ ਨੂੰ ਇੱਕ ਬਣਾਉਣ ਦੇ ਬੜੇ ਐਕਸਪਰਟ ਮਾਹਰ ਮੰਨੇ ਜਾਂਦੇ ਨੇ, ਉਹ ਆ ਰਹੇ ਨੇ 9 ਦਿਨ ਦਾ ਪੰਜਾਬ ਦੇ ਵਿੱਚ, ਪੰਜਾਬ ਤੇ ਹਰਿਆਣਾ ਤੇ ਦਿੱਲੀ ਦੇ ਵਿੱਚ ਜਿਹੜਾ ਇਹਨਾਂ ਦਾ ਫੂਡ ਮੇਲਾ ਟਾਈਪ ਲੱਗਣ ਜਾ ਰਿਹਾ, ਜਿਹਦੇ ਵਿੱਚ ਕੋਈ ਵੱਡੇ ਲੈਵਲ ਦੇ ਉੱਤੇ ਟ੍ਰੇਨਿੰਗ ਦੇਣ ਜਾ ਰਹੇ ਨੇ। ਤੇ ਉਹਦੇ ਨਾਲ ਨਾਲ ਜਿਹੜੀ ਜਾਣਕਾਰੀ ਇੱਕ ਹੋਰ ਸਭ ਤੋਂ ਵੱਡੀ ਤੇ ਦਿਲ ਨੂੰ ਖੁਸ਼ ਕਰਨ ਵਾਲੀ ਹੈ, ਉਹ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਨਾਲ ਵੀ ਇਸ ਪੱਧਰ ਦੇ ਉੱਤੇ ਗੱਲਬਾਤ ਚੱਕੀ ਗਈ ਡਾਕਟਰ ਅਮਰ ਸਿੰਘ ਆਜ਼ਾਦ ਤੇ ਉਹਨਾਂ ਦੀ ਟੀਮ ਵੱਲੋਂ, ਕਿ ਇਹ ਚੀਜ਼ ਜਿਹੜੀ ਹੈ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿੰਨੇ ਵੀ ਇਹਨਾਂ ਦੇ ਧਾਰਮਿਕ ਪ੍ਰੋਗਰਾਮ ਪੰਡਾਲ ਲੱਗਦੇ ਨੇ, ਉੱਥੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਵੀ ਕੋਧਰੇ ਦਾ ਜਿਹੜਾ ਪ੍ਰਸ਼ਾਦ ਦਿੱਤਾ ਜਾਵੇ, ਔਰ ਲੰਗਰ ਦੇ ਰੂਪ ਦੇ ਵਿੱਚ ਵੀ ਕੋਧਰੇ ਦੇ ਅਨਾਜ ਦਾ ਜਿਹੜਾ ਲੰਗਰ ਆਪਾਂ ਵਰਤਾਇਆ ਜਾਵੇ। ਜੇਕਰ ਅਜਿਹਾ ਹੁੰਦਾ ਤਾਂ ਇੱਕ ਵੱਡਾ ਬਦਲਾਅ ਆਉਣ ਜਾ ਰਿਹਾ, ਕਿਉਂਕਿ ਕੋਈ ਵੀ ਬਦਲਾਅ ਜਿਹੜਾ ਉਹ ਧਰਮ ਦੇ ਜੇ ਸ਼ੁਰੂ ਹੁੰਦਾ ਤਾਂ ਉਹ ਬੜੀ ਤੇਜ਼ੀ ਦੇ ਨਾਲ ਜਿਹੜਾ ਉਹ ਬਦਲਾਅ ਆਉਂਦਾ ਸਮਾਜ ਦੇ ਵਿੱਚ। ਤੇ ਜੇਕਰ ਸ਼੍ਰੋਮਣੀ ਕਮੇਟੀ ਇਸ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਅਪਣਾ ਕੇ, ਜਿਸ ਤਰ੍ਹਾਂ ਡਾਕਟਰ ਅਮਰ ਸਿੰਘ ਆਜ਼ਾਦ ਨੇ ਕਿਹਾ ਕਿ ਅਸੀਂ ਬੜੇ ਵੱਡੇ ਪੱਧਰ ਦੇ ਉੱਤੇ ਚੁੱਕਿਆ, ਤੇ ਉਹਨਾਂ ਨੇ ਸਹਿਮਤੀ ਵੀ ਦਿੱਤੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਜਿਹਾ ਹੁੰਦਾ ਤਾਂ ਕੋਈ ਕਾਰਨ ਨਹੀਂ ਰਹਿ ਜਾਏਗਾ ਕਿ ਆਪਾਂ ਬਿਮਾਰੀਆਂ ਦੇ ਵਿੱਚ ਘਿਰੇ ਰਹੀਏ, ਕੋਈ ਕਾਰਨ ਨਹੀਂ ਰਹਿ ਜਾਏਗਾ ਕਿ ਕਾਰਪੋਰੇਟ ਜਗਤ ਸਾਨੂੰ ਜਿਹੜਾ ਉਹ ਦਬਾ ਕੇ ਬੈਠਾ ਰਹੇ, ਕੋਈ ਕਾਰਨ ਨਹੀਂ ਰਹਿ ਜਾਏਗਾ ਕਿ ਸਾਡੇ ਕਿਸਾਨ ਵੀਰਾਂ ਨੂੰ ਉੱਥੇ ਬਾਰਡਰਾਂ ਦੇ ਉੱਤੇ ਜਾ ਕੇ 1 ਸਾਲ ਤੱਕ ਇਸ ਚਿੰਤਾ ਦੇ ਵਿੱਚ ਬੈਠਣਾ ਪਵੇਗਾ ਕਿ ਕਾਰਪੋਰੇਟ ਸਾਨੂੰ ਮਜਬੂਰ ਕਰੇਗਾ ਕਿ ਤੁਸੀਂ ਆਹ ਫਸਲਾਂ ਬੀਜੋ, ਜੇ ਅਸੀਂ ਨਹੀਂ ਬੀਜਦੇ ਸਾਡੀਆਂ ਜ਼ਮੀਨਾਂ ਵੀ ਜਾ ਸਕਦੀਆਂ ਨੇ। ਤੇ ਜੇਕਰ ਉਹ ਫਸਲਾਂ ਦਾ ਰੂਪ ਹੀ ਬਦਲ ਦੇਣਗੇ, ਫਸਲਾਂ ਨੂੰ ਬੀਜਣਾ ਹੀ ਬਦਲ ਦੇਣਗੇ, ਤੇ ਕੋਈ ਕਾਰਨ ਨਹੀਂ ਰਹਿ ਜਾਏਗਾ ਕਿ ਸਾਡਾ ਕਿਸਾਨ ਦੇ ਜਿਹੜੀਆਂ ਆਤਮ ਹੱਤਿਆਵਾਂ ਹੋਣ, ਕੋਈ ਕਾਰਨ ਨਹੀਂ ਰਹਿ ਜਾਏਗਾ ਧਰਤੀ ਬੰਜਰ ਹੋ ਜੇ, ਕੋਈ ਕਾਰਨ ਨਹੀਂ ਰਹਿ ਜਾਏਗਾ ਵਾਤਾਵਰਨ ਖਰਾਬ ਹੋ ਜੇ। ਇੱਕ ਵੱਡਾ ਬਦਲਾਅ ਜਿਹੜਾ ਉਹ ਪੰਜਾਬ ਦੇ ਵਿੱਚ ਮੈਂ ਦੇਖਣ ਜਾ ਰਿਹਾ, ਤੇ ਜੇਕਰ ਇਸ ਨੂੰ ਜਲਦੀ ਹੀ ਇੰਪਲੀਮੈਂਟ ਕਰਤਾ ਜਾਂ ਲਾਗੂ ਕਰ ਦਿੱਤਾ ਜਾਂਦਾ ਤੇ ਤੁਸੀਂ ਵੀ ਦੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਵੀ ਜਿਹੜਾ ਉਹ ਬਿਮਾਰੀਆਂ ਕਿੱਦਾਂ ਭੱਜ ਕੇ ਬਾਹਰ ਨਿਕਲ ਜਾਂਦੀਆਂ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਕਿਉਂਕਿ ਜਿਹੜਾ ਇਹ ਪ੍ਰੋਗਰਾਮ ਡਾਕਟਰ ਅਮਰ ਸਿੰਘ ਆਜ਼ਾਦ ਨੇ ਅੱਜ ਨਿਊਜ਼ ਏਸ਼ੀਆ ਪੰਜਾਬੀ ਦੇ ਉੱਤੇ ਅਨਾਊਂਸ ਕੀਤਾ ਮੇਘਨਾ ਜੀ ਦਾ, ਇਹ ਘਰ ਘਰ ਤੱਕ ਜਿਹੜੀ ਇਹ ਜਾਣਕਾਰੀ ਪਹੁੰਚਣੀ ਚਾਹੀਦੀ ਹੈ, ਕਿਉਂਕਿ ਜਿਹੜੇ ਲੋਕ ਮਿਲਟਸ ਲੈ ਜਾਂਦੇ ਨੇ ਤੇ ਉਹ ਪਕਵਾਨ ਬਣਾਉਣ ਦੇ ਇੱਛੁਕ ਨੇ ਵੀ ਅਸੀਂ ਅਲੱਗ-ਅਲੱਗ ਪਕਵਾਨ ਇਹਨਾਂ ਦੇ ਪਕਵਾਈਏ, ਤਾਂ ਉਹ ਉਸ ਮੇਲੇ ਦੇ ਵਿੱਚ ਜਾ ਕੇ ਉੱਥੋਂ ਬਹੁਤ ਕੁਝ ਸਿੱਖ ਕੇ ਤੇ ਆਪਣੇ ਪਰਿਵਾਰ ਦੇ ਵਿੱਚ ਜਿਹੜੀ ਉਹਨਾਂ ਦੀ ਸਿਹਤ ਵੀ ਬਦਲ ਸਕਦੇ ਨੇ ਤੇ ਆਪਣਾ ਜਿਹੜਾ ਖਾਣ ਪੀਣ ਦਾ ਜਿਹੜਾ ਤਰੀਕਾ ਵੀ ਬਦਲ ਸਕਦੇ ਨੇ। ਸੋ ਸਾਡੇ ਇਸ ਵੀਡੀਓ ਦੇ ਉੱਤੇ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ ਕਿ ਕਿਹੜੀ ਚੀਜ਼ ਤੁਹਾਨੂੰ ਇਸ ਚੀਜ਼ 'ਚ ਸਭ ਤੋਂ ਵਧੀਆ ਲੱਗੀ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦੇ ਇਜਾਜ਼ਤ। ਧੰਨਵਾਦ।